ਸਤਿ ਸ਼੍ਰੀ ਅਕਾਲ। ਇਸ ਵਕਤ ਅਸੀਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਸਿਰਮੌਰ ਦੀ ਉਸ ਸਿਰਮੌਰ ਜਗ੍ਹਾ ਜਾਂ ਸਿਰਮੌਰ ਸੰਸਥਾ ਦੇ ਵਿੱਚ ਖੜੇ ਹਾਂ, ਜਿਸ ਨੇ ਆਪਣੇ ਕੰਮ ਨੂੰ ਹਿਮਾਚਲ ਪ੍ਰਦੇਸ਼ ਤੋਂ ਸ਼ੁਰੂ ਕੀਤਾ ਪਰ ਅੱਜ ਪੂਰੀ ਦੁਨੀਆ ਦੇ ਵਿੱਚ ਫੈਲਾ ਦਿੱਤਾ। ਉਹ ਕੰਮ ਸਿੱਖਿਆ ਦਾ ਕੰਮ ਹੈ। ਸਿੱਖਿਆ ਉਹ ਗਹਿਣਾ, ਨਾ ਕਦੇ ਚੋਰੀ ਹੋਣਾ, ਨਾ ਕਦੇ ਉਤਾਰਿਆ ਜਾਣਾ, ਨਾ ਕਦੇ ਉਸ 'ਤੇ ਕਦੇ ਕੋਈ ਡਾਕਾ ਪੈਣਾ। ਸਿੱਖਿਆ ਦਾ ਜਦੋਂ ਵੀ ਜ਼ਿਕਰ ਆਏਗਾ ਤਾਂ ਹਮੇਸ਼ਾ ਬੜੂ ਸਾਹਿਬ ਦੀ ਧਰਤੀ ਦਾ ਜ਼ਿਕਰ ਆਉਣਾ ਲਾਜ਼ਮੀ ਹੈ। ਇਹ ਘਾਲਣਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਫ਼ਰ ਦੀ ਸ਼ੁਰੂਆਤ ਸੰਤ ਬਾਬਾ ਈਸ਼ਰ ਸਿੰਘ ਜੀ ਮਸਤੂਆਣਾ ਸਾਹਿਬ ਅਤੇ ਸੰਤ ਬਾਬਾ ਤੇਜਾ ਸਿੰਘ ਜੀ, ਉਹ ਦੋਵਾਂ ਦਾ ਐਸਾ ਕਮਾਲ ਦਾ ਸੁਮੇਲ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਜਾ ਕੇ ਸੰਤ ਬਾਬਾ ਅਤਰ ਸਿੰਘ ਔਰ ਸੰਤ ਬਾਬਾ ਤੇਜਾ ਸਿੰਘ ਦੋਵਾਂ ਦੀ ਐਸੀ ਕਮਾਲ ਦੀ ਚੀਜ਼ ਬਣਦੀ ਹੈ। ਹੁਣ ਅਸੀਂ ਜਦੋਂ ਬੜੂ ਸਾਹਿਬ ਦੀ ਧਰਤੀ 'ਤੇ ਖੜ੍ਹੇ ਹਾਂ ਤਾਂ ਬੇਸ਼ੱਕ ਕਲਗੀਧਰ ਟਰੱਸਟ ਦੇ ਬਾਬਾ ਇਕਬਾਲ ਸਿੰਘ ਜੀ ਸੰਸਾਰਿਕ ਤੌਰ ਦੇ ਉੱਤੇ ਸਾਡੇ ਵਿਚਾਲੇ ਨਹੀਂ ਰਹੇ, ਪਰ ਇਹ ਸੰਸਥਾ ਆਪਣੇ ਕੰਮਾਂ ਨਾਲ ਹਮੇਸ਼ਾ ਜਾਣੀ ਜਾਏਗੀ ਔਰ ਜਾਣੀ ਜਾਂਦੀ ਰਹੇਗੀ। ਮੇਰੇ ਨਾਲ ਪਿਛਲੀ ਦ੍ਰਿਸ਼ਾਵਲੀ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਖੜੀਆਂ ਨੇ। ਇਹ ਉਹ ਹਿੱਸਾ ਨੇ ਜਿਹੜੀਆਂ ਇਸ ਸੰਸਥਾ ਦਾ ਉਹ ਮੁੱਢ ਬਣੀਆਂ ਨੇ, ਜਿਹਨੂੰ ਇੱਕ ਸ਼ਬਦ ਅੰਗਰੇਜ਼ੀ ਦਾ ਘੜਿਆ ਜਾਂਦਾ ਹੈ ਵਿਮਨ ਇੰਪਾਵਰਮੈਂਟ। ਇਹ ਚਲਦੀਆਂ ਫਿਰਦੀਆਂ ਚਲੰਤ ਉਦਾਹਰਨਾਂ ਨੇ ਸਾਡੇ ਕੋਲੇ। ਬੜੂ ਸਾਹਿਬ ਅਕੈਡਮੀਆਂ ਦੇ ਨਾਲ ਜੁੜਨਾ, ਕਲਗੀਧਰ ਟਰੱਸਟ ਦੇ ਨਾਲ ਜੁੜਨਾ, ਇਹਨਾਂ ਦੀ ਜੀਵਨ ਜਾਂਚ ਦੇ ਹਿੱਸੇ ਦੇ ਵਿੱਚੋਂ ਕਿਵੇਂ ਅੱਗੇ ਵੱਧ ਕੇ ਆਈਆਂ, ਅੱਜ ਕਿੱਥੇ ਕਿੱਥੇ ਕੀ ਸੇਵਾਵਾਂ ਨਿਭਾ ਰਹੀਆਂ ਨੇ। ਜਿੱਦਾਂ ਬਜ਼ੁਰਗਾਂ ਨੇ ਕਿਹਾ ਕਿ ਇੱਕ ਲੜਕਾ ਪੜ੍ਹਦਾ ਹੈ ਤਾਂ ਸਿਰਫ ਉਹ ਆਪਣੇ ਤੱਕ ਸੀਮਤ ਹੁੰਦਾ, ਪਰੰਤੂ ਜਦੋਂ ਇੱਕ ਕੁੜੀ ਜਾਂ ਇੱਕ ਔਰਤ ਪੜ੍ਹਦੀ ਹੈ ਤਾਂ ਉਹ ਪੂਰੇ ਪਰਿਵਾਰ ਨੂੰ ਸਿੱਖਿਅਤ ਕਰ ਲੈਂਦੀ ਹੈ। ਕੀ ਉਹ ਗੱਲਾਂ ਸੱਚੀਆਂ ਨੇ ਜਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਲਗੀਧਰ ਟਰੱਸਟ, ਅਕਾਲ ਅਕੈਡਮੀਆਂ ਦਾ ਕੀ ਯੋਗਦਾਨ ਰਿਹਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਮਨਦੀਪ ਕੌਰ, ਵਰਕਿੰਗ ਐਜ਼ KG ਟੀਚਰ ਇਨ ਅਕਾਲ ਅਕੈਡਮੀ ਰੀਠਖੇੜੀ, like Patiala. Yes, I'm working in Patiala, Akal Academy Reedkhedi, Patiala. Like a few days back we have heard about Babaji, and it was like heartily we felt that we have to go the place where we have got from, where we have got everything, like the life changing like you can say everything we have got from here. ਤੁਸੀਂ ਕਦੋਂ ਜੁੜੇ ਸੀ ਇੱਥੇ? I came here in 2007 as ETT. It is women empowerment. Like it was started by Babaji, and I was only +2 at the time, and now I have done my double MA in history and economics, and I have done my B.Ed and ETT from here only, you know. And now I'm working as like mother teacher of class 1 in Akal Academy Reedkhedi. So it was a great experience, learning from here, and still I'm learning. When I reached here, it was like the beautiful place only for me, but now it is a heavenly place for me. Like I can't, it is in my heart that I can't leave this place for coming till my last breath. So this was... ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਮੈਂ ਆਈ ਕੈਨ I'm getting emotional with the blessing of Baba Ji. I got everything, but it's good. Yes. ਵਿਮਨ ਇੰਪਾਵਰਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੰਮ ਕਲਗੀਧਰ ਟਰੱਸਟ ਕਰ ਰਿਹਾ ਜਾਂ ਬੜੂ ਸਾਹਿਬ ਦੀਆਂ ਅਕੈਡਮੀਜ਼ ਕਰ ਰਹੀਆਂ ਨੇ, ਇਜ਼ ਇਟ ਟਰੂ ਔਰ ਇਹ ਜ਼ਮੀਨੀ ਹਕੀਕਤ ਹੈ ਜਾਂ ਐਵੇਂ ਗੱਲਾਂ? No, this is the reality. This is the reality of our society, that every I prescribe everyone from Punjab or all over whoever want to come here, and the girls who want to be like nourish their life, so they should come here and get everything they want in life. Like when I came here, my family was not up to the mark, up to the mark means they were not religious, they were not educated well. When I came, when they came here and they have heard everything about it, and my brother is now a retired army officer, and my younger brother is working as government employee. Like everything is changed, and religious, they are now baptized, and that is the main point of my life, that is changed. And my husband is also, like whole life is changed.
whole life is changed. ਕਿਸੇ ਦੀ ਜ਼ਿੰਦਗੀ 'ਚ ਕੋਈ ਚੀਜ਼ ਕਿੱਦਾਂ ਅਸਰ ਪਾ ਸਕਦੀ ਹੈ? ਚੀਜ਼ ਨਹੀਂ, ਬਾਬਾ ਜੀ ਦੇ ਬਚਨ ਬਚਨ। ਬਾਬਾ ਜੀ ਨਾਲ ਮੇਰੀ ਇੱਕ ਵਾਰੀ ਗੱਲ ਹੋਈ ਸੀਗੀ। ਆਈ ਟੋਲਡ ਬਾਬਾ ਜੀ देयर इज so many difficulties in my life or in my family. I was so younger at the time, like for thinking, but ਬਾਬਾ ਜੀ ਕਹਿੰਦੇ ਬੇਟਾ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕੀ ਚੇਂਜ ਹੁੰਦਾ ਹੈ ਨਾ, ਤੁਸੀਂ ਬਸ ਜੁੜੇ ਰਹਿਣਾ ਹੈ, ਤੁਸੀਂ ਨਿਤਨੇਮ ਨਹੀਂ ਛੱਡਣਾ ਆਪਣਾ। you don't have to leave your 5 ਬਾਣੀਜ਼, ਨਿਤਨੇਮ and ਸਹਿਜ ਪਾਠ, and that is the words came true. ਰੀਅਲੀ ਸ਼ਬਦ ਸੱਚੇ ਹੋਏ, ਸ਼ਬਦ ਸੱਚੇ ਹੋਏ। ਬਾਬਾ ਜੀ ਨੇ ਇੱਕ ਹੋਰ ਗੱਲ ਕਹੀ ਸੀ, ਮੈਂ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਗੁਰਬਾਣੀ ਨਾਲ ਜੁੜੋ। ਬਾਬਾ ਜੀ ਕਹਿੰਦੇ ਸੀ ਇਹ ਗੁਰਬਾਣੀ ਇੱਕ ਪਾਣੀ ਵਰਗਾ ਹੈ, ਘੜੇ ਨੂੰ ਭਰੀ ਜਾਓਗੇ ਤਾਂ ਤੁਹਾਡਾ ਕੰਮ ਆਣਾ, ਇਹਨੂੰ ਖਾਲੀ ਨਹੀਂ ਹੋਣ ਦੇਣਾ ਬੇਟਾ। ਸੋ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹ ਘੜਾ ਨਾ ਖਾਲੀ ਹੋਏ, ਤੇ ਮੈਂ ਸਾਰਿਆਂ ਨੂੰ ਇਹੀ ਮਤਲਬ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਾਠ ਕਰੋ ਵੱਧ ਤੋਂ ਵੱਧ, ਤੇ ਪਾਠ ਹੀ ਹੈ ਜਿਹੜਾ ਮਤਲਬ ਤੁਹਾਡੀ ਲਾਈਫ ਦਾ ਲਾਈਫ ਨੂੰ ਚੇਂਜ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੀ ਲਾਈਫ ਚੇਂਜ ਹੋ ਜਾਂਦੀ ਹੈ। ਤੁਹਾਡਾ ਕੀ ਨਾਮ ਹੈ? ਤੁਸੀਂ ਵੀ ਆਪਣੀਆਂ ਫੀਲਿੰਗਸ ਨਾਲ, ਕੀ ਨਾਮ ਤੁਹਾਡਾ? ਬਲਵੀਰ ਕੌਰ ਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਮੈਨੂੰ 7 ਸਾਲ ਹੋ ਗਏ ਨੇ ਜੀ ਅਕਾਲ ਅਕੈਡਮੀ ਡਾਕਟਰ ਸਾਹਿਬ ਤੋਂ ਜੋਬ ਕਰਦੀ ਹਾਂ। ਪਰ ਇਕਬਾਲ ਸਿੰਘ ਬਾਬਾ ਜੀ ਸਾਡੇ ਤੋਂ ਵਿਛੜ ਗਏ ਨੇ, ਪਰ ਉਹਨਾਂ ਦੀਆਂ ਬਲੈਸਿੰਗ, ਉਹਨਾਂ ਦੀ ਸਿੱਖਿਆਵਾਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਸੇਧ ਬਣ ਕੇ ਖੜੀਆਂ ਹੋ ਗਈਆਂ ਨੇ। ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਇਹੀ ਬਾਬਾ ਜੀ ਨੇ ਜਿਨ੍ਹਾਂ ਨੇ 130 ਅਕੈਡਮੀਆਂ ਬਣਾਈਆਂ ਨੇ। ਸਭ ਤੋਂ ਜ਼ਿਆਦੀਆਂ ਹੀ ਇਹਨਾਂ ਦਾ ਪ੍ਰਚਾਰ, ਇਹਨਾਂ ਦੇ ਪ੍ਰਵਚਨ ਅਸੀਂ ਸੁਣਦੇ ਹਾਂ, ਇਹਨਾਂ 'ਤੇ ਅਸਰ ਕਰਦੇ ਹਾਂ, ਅਤੇ ਇਹਨਾਂ ਦੀ ਮਹਾਨ ਸ਼ਖਸੀਅਤ ਤੇ ਇਹਨਾਂ ਦੇ ਬਚਨਾਂ ਦੇ ਨਾਲ ਚੱਲਣ ਦੇ ਨਾਲ ਸਾਡੀ ਸੋਚ, ਸਾਡੇ ਵਿਚਾਰ, ਸਾਡਾ ਆਚਰਣ ਬਹੁਤ ਸੁੱਚਾ ਤੇ ਉੱਚਾ ਹੋ ਜਾਂਦਾ ਹੈ। ਤੇ ਇੱਕ ਮੈਨੂੰ ਸਭ ਤੋਂ ਵੱਡੀ ਵੇਖਣ ਤੇ ਗੱਲ ਇਹ ਆਈ ਆ ਕਿ ਇਹਨਾਂ ਨੇ ਪੜ੍ਹਾਈ ਦੇ ਨਾਲ ਸਕੂਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ। ਗੁਰਬਾਣੀ ਦੇ ਨਾਲ ਕਿਸੇ ਹੀ ਸਕੂਲ ਨੇ ਨਹੀਂ ਜੋੜਿਆ, ਕੋਈ ਵੀ ਇਹਨਾਂ ਨਹੀਂ ਪੈਵਰਸ ਦਿੰਦਾ, ਜਿੰਨਾ ਕਿ ਅਕਾਲ ਅਕੈਡਮੀ ਬਾਬਾ ਜੀ ਨੇ ਖੋਲ ਕੇ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ, ਗੁਰਬਾਣੀ ਦੇ ਨਾਲ ਜੋੜ ਕੇ ਬੱਚਿਆਂ ਨੂੰ ਦੋਵੇਂ ਰਾਹ ਵਿਖਾਏ ਨੇ। ਇੱਕ ਪੜ੍ਹਾਈ ਦਾ, ਇੱਕ ਸਿੱਖਿਆ ਦਾ, ਇੱਕ ਪਰਮਾਤਮਾ ਦਾ, ਮਤਲਬ ਕਿ ਗੁਰਬਾਣੀ ਦਾ, ਔਰ ਉੱਚੇ ਤੇ ਸੁੱਚੇ ਆਚਰਨ ਤੇ ਚੱਲਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੇਖੋ, ਇਹ ਕਮਾਈਆਂ ਹੁੰਦੀਆਂ ਨੇ ਜਿਹੜੀਆਂ ਸਟੈਪ ਬਾਏ ਸਟੈਪ ਸਾਡੇ ਕੋਲੇ ਲਾਈਫ ਦੀਆਂ ਜਿਹੜੀਆਂ ਚੇਂਜਿਸ ਆਉਂਦੀਆਂ ਨੇ, ਉਹਨਾਂ ਦੇ ਵਿੱਚੋਂ ਬਦਲਾਅ ਆਉਂਦਾ। ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਠੰਡਾ ਮੌਸਮ ਸੀ, ਬਦਲਾਅ ਆਇਆ ਕਿ ਕੁਦਰਤ ਨੇ ਧੁੱਪ ਲੈ ਆਉਂਦੀ। ਇੱਦਾਂ ਹੀ ਹਨੇਰਿਆਂ ਦੇ ਵਿੱਚੋਂ ਚਾਨਣ ਵੱਲ ਵਧਣ ਦੀਆਂ ਜਿਹੜੀਆਂ ਕਿਰਨਾਂ ਹੁੰਦੀਆਂ ਨੇ, ਉਹਨਾਂ ਕਿਰਨਾਂ ਦੇ ਸਰੂਪ ਦੇ ਵਿੱਚੋਂ ਹੀ ਕਲਗੀਧਰ ਟਰੱਸਟ, ਬੜੂ ਸਾਹਿਬ ਜਾਂ ਅਕਾਲ ਅਕੈਡਮੀਆਂ ਦੀ ਚੇਨ ਸਾਡੇ ਸਾਹਮਣੇ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ है? मेरा नाम बुलबुल गर्ग है। कित्थों तुसी? सर मैं हरियाणा से बिलोंग करती हूँ। ठीक है, मैं अपना अनुभव यहाँ का शेयर करने वाली हूँ भी जी। मैं सबसे पहले यहाँ पे 2019 के अंदर यहाँ पे आई थी, तो ਕੁੜੀਆਂ ਦੇ ਵਿੱਚ ਬਹੁਤ ਪ੍ਰਕਾਰ ਦਾ ਡਰ ਹੁੰਦਾ ਹੈਗਾ ਕਿ ਉਹ ਕਿੱਦਾਂ ਬਾਹਰ ਜਾ ਕੇ ਕਿੱਦਾਂ ਰਹਿਣਗੀਆਂ, ਕਿੱਦਾਂ ਸਭ ਕੁਝ ਕਰਨਗੀਆਂ। ਲੇਕਿਨ ਜਦੋਂ ਮੈਂ ਪਹਿਲੀ ਵਾਰ ਇੱਥੇ ਆਈ ਸੀਗੀ, ਮੈਨੂੰ ਐਦਾਂ ਦਾ ਬਿਲਕੁਲ ਵੀ ਫੀਲ ਨਹੀਂ ਹੋਇਆ ਮੈਂ ਕਿੱਥੋਂ ਵੀ ਬਾਹਰੋਂ ਆਈ ਹਾਂ। ਠੀਕ ਹੈ, ਮੈਨੂੰ ਆਪਣਾ ਹੀ ਇੱਕ ਪਰਿਵਾਰ ਇੱਥੇ ਲੱਗਿਆ ਹੈ ਨਾ। ਸਾਰਾ ਡਰ ਜਿਹੜਾ ਸੀਗਾ ਮੇਰੇ ਮਨ ਚੋਂ ਨਿਕਲ ਗਿਆ ਇੱਥੋਂ ਆ ਕੇ। ਇੱਕ ਫੈਮਿਲੀ ਵਾਂਗ ਸਾਰੇ ਬਾਬਾ ਜੀ ਹੋਰਾਂ ਨੇ ਬਹੁਤ ਸਪੋਰਟ ਕਰਿਆ, ਕਾਕਾ ਬਾਬਾ ਜੀ, ਬਖਸ਼ੀਸ਼ ਬਾਬਾ ਜੀ, ਡਾਕਟਰ ਸਰ, ਡਾਕਟਰ ਮੈਮ, ਇੰਨੇ ਲਵਿੰਗ ਨੇਚਰ ਨੇ ਉਹਨਾਂ ਦੇ। ਮਤਲਬ ਘਰ ਤਾਂ ਜਮੀ ਭੁੱਲ ਹੀ ਗਿਆ ਮੈਨੂੰ ਜਦੋਂ ਮੈਂ ਇੱਥੋਂ ਗਈ ਹਾਂ, ਹੈ ਨਾ। ਅਤੇ ਐਟ ਪ੍ਰੈਜ਼ੈਂਟ ਮੈਂ ਜਿਹੜੀ ਹੈਗੀ ਆ ਮੂਨਕ ਅਕੈਡਮੀ ਦੇ ਵਿੱਚ ਅਪੁਆਇੰਟ ਹੈਗੀ ਆ, ਉੱਥੇ ਐਜ਼ ਏ ਇੰਗਲਿਸ਼ ਟੀਚਰ ਅਪੁਆਇੰਟ ਹੈਗੀ ਆ। ਤੁਸੀਂ ਇੱਥੇ ਐਜੂਕੇਸ਼ਨ ਲੈਣ ਆਈ ਸੀ ਆਪਣੀ ਹਾਇਰ ਐਜੂਕੇਸ਼ਨ ਲਈ? ਨਹੀਂ, ਐਜ਼ ਏ ਟੀਚਰ ਮੈਂ यहाँ पे आई थी। ਹਾਂਜੀ, ਟ੍ਰੇਨਿੰਗ ਮੈਂ ਇੱਥੇ ਲਾਈ ਆ। ਤੇ ਬਹੁਤ ਮੇਰੇ ਮਨ 'ਚ ਡਰ ਸੀਗਾ ਕਿਉਂਕਿ ਘਰੋਂ ਕਦੇ ਬਾਹਰ ਨਹੀਂ ਆਈ ਸੀਗੀ। ਫਸਟ ਟਾਈਮ ਮੈਂ ਇੱਥੇ ਬਹੁਤ ਦੂਰ, ਉਹ ਵੀ ਇਕੱਲੀ ਆਈ ਸੀਗੀ। ਤੇ ਪੇਰੈਂਟਸ ਨੂੰ ਵੀ ਐਂ ਸੀ ਵੀ ਪਤਾ ਨਹੀਂ ਭੇਜਣਗੇ ਨਹੀਂ ਭੇਜਣਗੇ। ਸਾਰੀ ਕੁੜੀਆਂ ਨੂੰ ਐਦਾਂ ਹੁੰਦਾ ਹੈ ਕਿ ਹਾਂ ਪਤਾ ਨਹੀਂ ਕਿੱਦਾਂ ਕੀ ਹੋਊਗਾ, ਤੇ ਅੱਗੇ ਵੀ ਜਾ ਕੇ ਅਸੀਂ ਕਿਵੇਂ ਰਵਾਂਗੇ, ਕਿੱਦਾਂ ਦਾ ਮਾਹੌਲ ਹੋਊਗਾ। ਤੇ ਬੜੂ ਸਾਹਿਬ ਦੇ ਬਾਰੇ ਮੈਂ ਪਹਿਲੀ ਵਾਰ ਸੁਣਿਆ ਸੀਗਾ ਇੱਥੇ, ਪਹਿਲਾਂ ਨਹੀਂ ਸੁਣਿਆ ਸੀਗਾ ਕਦੇ ਵੀ। ਲੇਕਿਨ ਜਦੋਂ ਮੈਂ ਇੱਥੇ ਐਂਟਰੀ ਕੀਤੀ ਤਾਂ ਮੈਨੂੰ ਬਹੁਤ ਵਧੀਆ ਇੱਥੇ ਫੀਲ ਹੋਇਆ। ਬਾਬਾ ਜੀ ਹੋਰਾਂ ਨਾਲ ਮਿਲੀ ਫਸਟ ਟਾਈਮ ਜਦੋਂ ਮੈਂ ਇਕਬਾਲ ਬਾਬਾ ਜੀ ਨੂੰ ਮਿਲਣ ਗਈ ਸੀਗੀ, ਤੇ ਬਾਬਾ ਜੀ ਨੇ ਮੈਨੂੰ ਕੁਛ ਨਹੀਂ ਬੋਲੇ ਹੈਗੇ। ਜਦੋਂ ਉਹਨਾਂ ਨੇ ਆਪਣਾ ਹੱਥ ਮੇਰੇ ਸਿਰ ਦੇ ਉੱਪਰ ਰੱਖਿਆ ਤਾਂ ਇੰਟਰਨਲੀ ਜਿਹੜੀ ਸ਼ਕਤੀ ਮੈਨੂੰ ਫੀਲ ਹੋਈ,
ਅੰਦਰ ਦੀ ਜਿਹੜੀ ਚੀਜ਼ ਸੀਗੀ ਤੇ ਮੈਨੂੰ ਬਹੁਤ ਮਤਲਬ ਐਦਾਂ ਲੱਗਿਆ ਕਿ ਮੈਨੂੰ ਸਭ ਕੁਝ ਹੀ ਮਿਲ ਗਿਆ, ਬਾਕੀ ਕੁਝ ਵੀ ਮਤਲਬ ਮੈਨੂੰ ਪਾਣਾ ਸ਼ੇਸ਼ ਨਹੀਂ ਹੈਗਾ, ਸਭ ਕੁਝ ਮੈਨੂੰ ਮਿਲ ਗਿਆ। ਤੇ ਬਾਬਾ ਜੀ ਨੇ ਮੈਨੂੰ ਸਿਖਾਇਆ ਕਿ ਬੇਟਾ ਸਤਿ ਸ਼੍ਰੀ ਅਕਾਲ, ਠੀਕ ਹੈ ਤੁਸੀਂ ਬੋਲਦੇ ਹੋ, ਲੇਕਿਨ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਬੋਲਣੀ ਹੈ। ਤੇ ਉਹਦੇ ਬਾਅਦ ਮੈਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਹੀ ਸਾਰਿਆਂ ਨੂੰ ਬੁਲਾਉਣੀ ਆ। ਇਹ ਬਦਲਾਅ ਹੁੰਦੇ ਨੇ, ਬਦਲਾਵਾਂ ਦੇ ਸਿਲਸਿਲਿਆਂ ਦੀਆਂ ਇਹਨਾਂ ਕੜੀਆਂ ਨੂੰ ਤੁਹਾਡੇ ਨਾਲ ਜਾਰੀ ਰੱਖਾਂਗੇ। ਫਿਲਹਾਲ ਵਕਤ ਇੱਕ ਵਕਫੇ ਦਾ, ਇੱਕ ਬ੍ਰੇਕ ਦਾ ਹੋਇਆ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਜਿਸ ਤਰੀਕੇ ਨਾਲ ਤੁਹਾਨੂੰ ਪਹਿਲੇ ਪੜਾਅ ਦੇ ਵਿੱਚ ਅਸੀਂ ਦੱਸ ਚੁੱਕੇ ਹਾਂ ਕਿ ਅਸੀਂ ਬੜੂ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਹਾਂ ਔਰ ਗੱਲਬਾਤ ਕਰਨ ਦਾ ਮਕਸਦ ਤੇ ਸਬਬ ਇਸ ਕਰਕੇ ਕਿ ਤੁਹਾਡੇ ਤੱਕ ਉਹ ਸੁਨੇਹਾ ਪਹੁੰਚੇ ਔਰ ਤੁਹਾਡੇ ਤੱਕ ਉਹ ਅਸਲ ਤਸਵੀਰ ਪਹੁੰਚੇ ਕਿ ਕਿਸ ਤਰੀਕੇ ਨਾਲ ਨਾ ਸਿਰਫ ਵਿਮਨ ਇੰਪਾਵਰਮੈਂਟ ਨੂੰ ਪ੍ਰੈਕਟੀਕਲੀ ਔਨ ਗਰਾਊਂਡ ਸੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ, ਬਲਕਿ ਓਵਰਆਲ ਅਸੀਂ ਉਹ ਸਮਾਜ ਦੇ ਵਿੱਚ ਮੈਂ ਸਾਫ਼ ਤੌਰ ਦੇ ਉੱਤੇ ਦੱਸਦਾ ਕਿ ਲੰਘ ਗਏ ਸਾਡੇ ਗਣਤੰਤਰ ਦਿਵਸ ਵਾਲੇ ਦਿਨ। ਮੈਂ ਦੋ ਗਣਤੰਤਰਾਂ ਦਾ ਜ਼ਿਕਰ ਕਰ ਦਿੰਦਾ। ਇੱਕ ਉਹ ਪਿਛਲੇ ਸਾਲ ਵਾਲਾ ਗਣਤੰਤਰ ਦਿਵਸ ਜਦੋਂ ਕਿਸਾਨ ਪਰੇਡ ਨਿਕਲਣੀ ਸੀ ਤੇ ਉਸ ਦਿਨ ਕੀ ਤੌਹਮਤਾਂ ਲੱਗੀਆਂ ਧਰਤੀ ਪੁੱਤਰਾਂ ਦੇ ਉੱਤੇ, ਕਿਸੇ ਤੋਂ ਲੁਕੀਆਂ ਨਹੀਂ, ਕਿਸੇ ਤੋਂ ਛਿਪੀਆਂ ਨਹੀਂ। ਦੂਜਾ 2022 ਦਾ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਦੀ ਪਰੇਡ ਲਾਲ ਕਿਲੇ ਦੇ ਉੱਤੇ ਹੋ ਰਹੀ ਹੈ। ਮਾਣਯੋਗ ਪ੍ਰਧਾਨ ਮੰਤਰੀ ਤੋਂ ਲੈ ਕੇ ਮਾਣਯੋਗ ਰਾਸ਼ਟਰਪਤੀ ਔਰ ਸਾਰੀ ਕੈਬਨਿਟ ਉੱਥੇ ਬੈਠੀ ਹੈ ਤੇ ਦਿੱਲੀ ਦੇ ਵਿੱਚ ਹੀ ਇੱਕ ਸਾਡੀ ਕੁੜੀ ਨਾਲ ਹੋਇਆ ਕੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਹ ਸਾਰੇ ਚੱਲ ਰਹੇ ਸਿਸਟਮ ਦੇ ਦਰਮਿਆਨ ਜੇਕਰ ਸਾਡੀਆਂ ਧੀਆਂ ਭੈਣਾਂ ਔਰਤਾਂ ਲਈ ਕੋਈ ਸੁਰੱਖਿਅਤ ਸਾਨੂੰ ਥਾਂ ਨਜ਼ਰ ਆਉਂਦੀ ਹੈ ਜਿੱਥੋਂ ਉਹਨਾਂ ਨੂੰ ਸਿੱਖਿਆ ਵੀ ਮਿਲਦੀ ਹੋਵੇ ਤੇ ਕਿੱਤਾ ਮੁਖੀ ਵੀ ਬਣਾਇਆ ਜਾਂਦਾ ਹੋਵੇ ਤਾਂ ਫਿਰ ਉੱਥੇ ਵਿਜ਼ਿਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਔਰ ਉੱਥੋਂ ਦੀਆਂ ਰਿਐਲਿਟੀਜ਼ ਫੈਕਟ ਚੈੱਕ ਤੁਹਾਡੇ ਨਾਲ ਸਾਂਝੇ ਕਰਨੇ ਬਹੁਤ ਜ਼ਰੂਰੀ ਹੋ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਗੁਰਪ੍ਰੀਤ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਹਾਂਜੀ, ਮੈਂ ਪਿੰਡ ਲਾੜਬੰਜਾਰਾ ਕਲਾਂ, ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ। ਕਿੱਥੇ ਸੇਵਾ ਕਿੱਥੇ ਨਿਭਾ ਰਹੇ ਹੋ ਤੁਸੀਂ? ਅਕਾਲ ਅਕੈਡਮੀ ਸਨਿਆਣਾ ਵਿੱਚ, ਡਿਸਟ੍ਰਿਕਟ ਫਤਿਆਬਾਦ। ਹਾਂਜੀ ਹਾਂਜੀ। ਤੁਹਾਡੇ ਜੁੜਨ ਦਾ ਸਬਬ ਕਿਹੜੇ ਸਾਲ ਚ ਬਣਦਾ? ਮਤਲਬ ਅਕਾਲ ਅਕੈਡਮੀ ਨਾਲ ਕਦੋਂ ਜੁੜਦੇ ਹੋ? ਹਾਂਜੀ, ਮੈਂ 2007 ਵਿੱਚ ਇੱਥੇ ਆਈ ਸੀਗੀ। ਮੇਰੇ ਇੱਕ ਨਾਲ ਮੇਰੇ ਤਾਇਆ ਜੀ ਦੀ ਬੇਟੀ ਆਈ ਸੀ ਤਾਂ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਨੂੰ ਮਿਲੇ ਸੀ। ਤਾਂ ਮਤਲਬ ਜਦੋਂ ਬਾਬਾ ਜੀ ਨੇ ਸਾਨੂੰ ਆਸ਼ੀਰਵਾਦ ਦਿੱਤਾ, ਸਾਨੂੰ ਦੱਸਿਆ ਵੀ ਇੱਥੇ ਮਤਲਬ ਐਵੇਂ ਰਹਿਣਾ ਪਏਗਾ, ਤਾਂ ਮੇਰੇ ਤਾਇਆ ਜੀ ਦੀ ਜਿਹੜੀ ਬੇਟੀ ਸੀ ਉਹ ਰੋਣ ਲੱਗ ਗਈ ਸੀ ਤੇ ਮੈਂ ਬਹੁਤ ਖੁਸ਼ ਹੋਈ। ਤਾਂ ਬਾਬਾ ਜੀ ਕਹਿੰਦੇ ਮਤਲਬ ਇਹ ਬੇਟੀ ਇੱਥੇ ਰਹੇਗੀ। ਤਾਂ ਉਹਨਾਂ ਦੇ ਬਚਨ ਸ਼ਾਇਦ ਜਿਵੇਂ ਪੂਰੇ ਹੋਣੇ ਹੁੰਦੇ ਨੇ। ਮੇਰੇ ਤਾਇਆ ਜੀ ਦੀ ਬੇਟੀ ਇੱਥੇ ਪੂਰੀ BA ਕੰਪਲੀਟ ਹੋਣ ਵਾਲੀ ਸੀ, 2 ਮੰਥ ਹੀ ਰਹਿੰਦੇ ਸੀ ਤਾਂ ਚਲੀ ਗਈ ਸੀ। ਕੁਝ ਵੀ ਕਾਰਨ ਬਣਿਆ ਤਾਂ ਚਲੀ ਗਈ ਸੀ। ਸਿੱਖਿਆ ਹਾਸਲ ਕਰਨੀ ਸੀ। ਹਾਂਜੀ ਹਾਂਜੀ। ਕਿਹੜੀ ਕਲਾਸ ਤੋਂ ਜੁਆਇਨ ਕੀਤਾ ਸੀ? 2007? ਹਾਂਜੀ, ਮੈਂ 10 ਤੋਂ ਬਾਅਦ ਇੱਥੇ ਆਈ ਸੀਗੀ। ਹਾਂਜੀ, ਮੈਂ ਇੱਥੇ +2 ਕੀਤੀ, ਫਿਰ ਇੰਟਰਨਲ ਯੂਨੀਵਰਸਿਟੀ ਤੋਂ ਮੈਂ BA ਪਾਸ ਕੀਤੀ। ਮਿਊਜ਼ਿਕ ਦੀ ਮੈਂ BA ਪਾਸ ਕੀਤੀ ਦੰਤੀ ਸਾਜ਼ ਵਿੱਚ। ਵੋਕਲ ਜਾਂ ਇਨਸਟਰੂਮੈਂਟਲ? ਹਾਂਜੀ, ਇੰਸਟਰੂਮੈਂਟਲ। ਹਾਂਜੀ, ਮੈਂ ਸਿਤਾਰ ਵਜਾਉਂਦੀ ਸੀ ਤੇ ਬੱਚਿਆਂ ਨੂੰ ਮੈਂ ਮਿਊਜ਼ਿਕ ਹੀ ਸਿਖਾ ਰਹੀ ਹਾਂ, ਗੁਰਮਤਿ ਸਿਖਾ ਰਹੀ ਹਾਂ। ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਮਤਲਬ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ? ਇੱਕ ਤਾਂ ਵੈਸੇ ਹੀ ਆਪਾਂ ਉਹ ਟਿੱਬਿਆਂ ਵਾਲੇ ਇਲਾਕੇ 'ਚ ਰਹਿੰਦੇ ਹਾਂ ਨਾ, ਹਾਂਜੀ ਹਾਂਜੀ, ਪੰਜਾਬ ਨੂੰ ਛੱਡ ਕੇ ਇਸ ਖੂਬਸੂਰਤ ਜਿਹੇ ਵਾਤਾਵਰਨ ਦੇ ਵਿੱਚ ਆ ਕੇ ਉੱਤੋਂ ਤੁਹਾਨੂੰ ਜਦੋਂ ਤੁਸੀਂ ਉੱਠਦੇ ਹੋ ਉਦੋਂ ਬਾਅਦ ਤੁਹਾਨੂੰ ਗੁਰੂ ਘਰ ਦੀ ਹਾਜ਼ਰੀ ਲਾਉਣੀ ਹੈ, ਤੁਸੀਂ ਨਿਤਨੇਮ ਕਰਨਾ ਹੈ। ਉਹ ਜ਼ਿੰਦਗੀ ਦੀ ਜੀਵਨ ਜਾਂਚ ਦੇ ਵਿੱਚ ਕੀ ਹਿੱਸਾ ਮਤਲਬ ਕੀ ਚੇਂਜ ਫੀਲ ਕੀਤਾ ਆਪਣੇ ਆਪ ਦੇ ਵਿੱਚ? ਹਾਂਜੀ, ਜਿਵੇਂ ਆਪਾਂ ਪੰਜਾਬ 'ਚੋਂ ਜਿਵੇਂ ਆਪਾਂ ਆਮ ਘਰਾਂ 'ਚ ਹੁੰਨੇ ਆ ਤਾਂ ਆਪਾਂ ਸੁੱਤੇ ਰਹਿੰਦੇ ਆ, 7-8 ਵਜੇ ਉੱਠਦੇ ਆ ਕਿਉਂਕਿ ਕੋਈ ਨਿਤਨੇਮ ਨਹੀਂ ਕਰਦੇ। ਤਾਂ ਇੱਥੇ ਹੁੰਦਾ ਸੀ ਬਾਬਾ ਜੀ ਨੇ ਕਿਹਾ ਸੀ 12 ਵਜੇ ਉੱਠਣਾ, ਤਾਂ ਬਹੁਤ ਲਗਨ ਹੁੰਦੀ ਸੀ ਕਿ ਹਾਂ 12 ਵਜੇ ਉੱਠਣਾ। ਜੇ ਲੇਟ ਹੋ ਗਏ ਤਾਂ ਮਤਲਬ ਬਾਬਾ ਜੀ ਦੇ ਜਿਹੜੇ ਬਚਨ ਨੇ ਉਹ ਪੂਰੇ ਨਹੀਂ ਹੋਣਗੇ। ਤਾਂ ਮਤਲਬ 12 ਵਜੇ ਉੱਥੇ ਹਾਜ਼ਰੀ ਭਰਦੇ ਸੀ ਤਾਂ ਬਾਬਾ ਜੀ ਕਹਿੰਦੇ ਹੁੰਦੇ ਸੀ 33 ਕਰੋੜ ਦੇਵੀ ਦੇਵਤੇ ਜਾਗਦੇ ਹੁੰਦੇ ਨੇ ਉਸ ਸਮੇਂ। ਤਾਂ ਉਹਨਾਂ ਦੇ ਮਤਲਬ ਸਾਰੇ ਆਪਾਂ ਨੂੰ ਦੇਖ ਰਹੇ ਹੁੰਦੇ ਨੇ, ਤਾਂ ਪ੍ਰਤੱਖ ਉਹ ਸਾਨੂੰ ਦੇਖ ਰਹੇ ਹੁੰਦੇ ਸੀਗੇ। ਚਲੋ ਅਸੀਂ ਤਾਂ ਇੰਨੇ ਵੱਡੇ ਨਹੀਂ ਹੈਗੇ ਸਾਨੂੰ ਅਸੀਂ ਵੇਖ ਸਕੀਏ, ਪਰ ਉਹ ਤਾਂ ਸਾਨੂੰ ਦੇਖ ਰਹੇ ਸੀ। ਤਾਂ ਅਸੀਂ ਮਤਲਬ 12 ਵਜੇ ਨਿਤਨੇਮ ਕਰਦੇ ਸੀ। ਤਾਂ ਅੱਜ ਬਾਬਾ ਜੀ ਦੇ ਬਚਨਾਂ ਕਰਕੇ ਅਸੀਂ ਇੱਥੇ ਅੱਜ ਤੱਕ ਨਿਤਨੇਮ ਕਰ ਰਹੇ ਹਾਂ। ਤਾਂ ਬਾਬਾ ਜੀ ਨੇ ਕਿਹਾ ਅਸੀਂ ਕਦੇ ਵੀ ਨਿਤਨੇਮ ਨਾ ਛੱਡਿਓ, ਤਾਂ ਅਸੀਂ ਨਿਤਨੇਮ ਨਹੀਂ ਛੱਡਿਆ। ਇੱਕ ਹੋਰ ਬਾਬਾ ਜੀ ਗੱਲ ਕਹਿੰਦੇ ਹੁੰਦੇ ਸੀ, ਕਈ ਲੋਕ ਐਵੇਂ ਦੇ ਹੁੰਦੇ ਨੇ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹੁੰਦੇ, ਜਿਨ੍ਹਾਂ ਨੂੰ ਇੱਕ ਮਾਂ-ਬਾਪ ਨਹੀਂ ਮਿਲਦਾ। ਤਾਂ ਸਾਡੇ 2 ਮਾਂ-ਬਾਪ ਸੀ। ਬਾਬਾ ਜੀ ਕਹਿੰਦੇ ਸੀ ਇੱਕ ਤੁਹਾਡੇ ਜਿਹਨਾਂ ਜਨਮ ਦਿੱਤਾ ਤੇ ਇੱਕ ਜਿੱਥੇ ਤੁਸੀਂ ਸਿੱਖਿਆ ਲੈ ਰਹੇ ਹੋ। ਤਾਂ ਇਹ ਸਾਡੇ ਬਾਬਾ ਜੀ ਸੈਕਿੰਡ ਮਾਂ-ਬਾਪ ਸੀਗੇ ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ, ਸਾਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਤੇ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਅੱਜ ਇੱਥੇ ਖੜੇ ਹੋਏ ਹਾਂ। ਉੱਥੇ ਤੁਸੀਂ ਐਜ਼ ਮਿਊਜ਼ਿਕ ਟੀਚਰ ਜੁਆਇਨ ਕੀਤਾ ਹੋਇਆ? ਹਾਂਜੀ, ਐਜ਼ ਅ ਮਿਊਜ਼ਿਕ ਕਿੱਦਾਂ ਦਾ ਤੁਹਾਡਾ ਉੱਥੇ ਦਾ ਐਕਸਪੀਰੀਅੰਸ ਕਿੱਦਾਂ ਦਾ? ਇੱਥੋਂ ਤੁਸੀਂ ਪੜ੍ਹ ਕੇ ਗਏ ਹੋ ਤੇ ਉੱਥੇ ਉਹਨਾਂ ਅਕੈਡਮੀਆਂ ਦੇ ਵਿੱਚ ਹੀ ਪੜ੍ਹਾ ਰਹੇ ਹੋ ਜਿਹੜੀਆਂ ਅਕੈਡਮੀਆਂ ਸਿੱਧੇ ਤੌਰ ਤੇ ਇੱਥੋਂ ਨਾਲ ਜੁੜੀਆਂ ਨੇ?
ਹਾਂਜੀ, ਜਿਵੇਂ ਹਰਿਆਣਾ ਦੀ ਅਕੈਡਮੀ, ਉੱਥੇ ਮਤਲਬ ਬੱਚੇ ਜ਼ਿਆਦਾ ਗੁਰਬਾਣੀ ਨੂੰ ਨਹੀਂ ਉਹ ਕਰਦੇ ਹੈਗੇ, ਪਰ ਜਿਵੇਂ ਉਹਨਾਂ ਨੂੰ ਅਸੀਂ ਸਮਝਾਉਂਦੇ ਆ ਤਾਂ ਬੱਚੇ ਗੁਰਬਾਣੀ ਨਾਲ ਜੁੜੇ ਹੋਏ ਨੇ। ਤੇ ਜਿਵੇਂ ਸਾਡੇ ਪ੍ਰਿੰਸੀਪਲ ਮੈਮ ਨੇ ਮਿਸਿਸ ਮਨਪ੍ਰੀਤ ਕੌਰ, ਉਹ ਵੀ ਮਤਲਬ ETT ਗਰਲਸ ਨੇ। ਹਾਂ, ਉਹ ਸਾਨੂੰ ਮਤਲਬ ਗਾਈਡ ਕਰਦੇ ਰਹਿੰਦੇ ਨੇ। ਮਤਲਬ ਜਿੱਥੇ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਉਹ ਸਾਨੂੰ ਬਹੁਤ ਜ਼ਿਆਦਾ ਗਾਈਡ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਬੱਚਿਆਂ ਨੂੰ ਕਿਵੇਂ ਟੀਚ ਕਰਨਾ ਹੈ, ਕਿਵੇਂ ਬੱਚਿਆਂ ਨੂੰ ਅੱਗੇ ਕਰਨਾ ਹੈ। ਵੀ ਹਰਿਆਣੇ ਦੇ ਜਿਹੜੇ ਲੋਕ ਹੁੰਦੇ ਨੇ ਉਹ ਥੋੜਾ ਗੁਰਬਾਣੀ ਨੂੰ ਘੱਟ ਮੰਨਦੇ ਨੇ। ਹਾਂਜੀ, ਤਾਂ ਉਹ ਸਾਨੂੰ ਮਤਲਬ ਗਾਈਡ ਕਰਦੇ ਰਹਿੰਦੇ ਨੇ, ਤਾਂ ਉਹਨਾਂ ਦੇ ਮਤਲਬ ਗਾਈਡੈਂਸ ਕਰਕੇ ਅਸੀਂ ਬੱਚਿਆਂ ਨੂੰ ਦੱਸਦੇ ਰਹਿੰਦੇ ਹਾਂ ਕਿ ਨਹੀਂ ਐਵੇਂ ਕਰਨਾ ਹੈ, ਮਤਲਬ ਸਿੱਖੀ 'ਚ ਕੀ ਕੁਛ ਹੋਇਆ ਸੀ, ਕਿਵੇਂ ਕੁਰਬਾਨੀਆਂ ਦਿੱਤੀਆਂ, ਤਾਂ ਉਹਨਾਂ ਨੂੰ ਮਤਲਬ ਸਾਖੀਆਂ ਸੁਣਾਈ ਜਾਂਦੀਆਂ ਨੇ, ਤਾਂ ਉਸ ਕਰਕੇ ਬੱਚੇ ਜਿਹੜੇ ਨੇ ਆਪਣੇ ਜੀਵਨ ਵਿੱਚ ਉਹਨੂੰ ਢਾਲਦੇ ਨੇ। ਬੜਾ ਮਹੱਤਵਪੂਰਨ ਇੱਕ ਪਾਰਟ ਹੈ ਲਾਈਫ ਦਾ, ਜਿਹੜੀ ਗੱਲ ਅਸੀਂ ਵਾਰੀ ਕਰਨੀ ਹੈ ਕਿ ਦੁਨਿਆਵੀ ਐਜੂਕੇਸ਼ਨ ਜਿਹੜੀ ਆ, ਡਿਗਰੀਆਂ ਹਾਸਲ ਕਰਨੀਆਂ, ਦੈਟ ਇਜ਼ ਅ ਡਿਫਰੈਂਟ ਪਾਰਟ ਆਫ ਦਿਸ ਲਾਈਫ, ਜ਼ਰੂਰੀ ਹੈ ਨਾ। ਪਰ ਉਸ ਦੇ ਨਾਲ ਸਪਿਰਿਚੁਅਲ ਜਾਂ ਐਥੀਕਲ ਵੈਲਿਊਜ਼ ਜਾਂ ਮੋਰਲ ਵੈਲਿਊਜ਼, ਉਹਨਾਂ ਨੂੰ ਕਿਵੇਂ ਡਿਵੈਲਪ ਕਰਨਾ ਹੈ ਔਰ ਜੀਵਨ ਜਾਂਚ ਦਾ ਹਿੱਸਾ ਬਣਾਉਣਾ ਹੈ, ਇਹ ਚੀਜ਼ ਇੱਥੋਂ ਦਾ ਬੇਸ ਹੈ। ਮਤਲਬ ਨੀਂਹ ਹੈ, ਮੁੱਢ ਹੈ, ਔਰ ਜਿਹਦਾ ਨੀਂਹ ਜਾਂ ਮੁੱਢ ਜਾਂ ਜੜ੍ਹਾਂ ਜਿਸ ਦੀਆਂ ਮਜ਼ਬੂਤ ਹੋਣਗੀਆਂ, ਉਹ ਰੁੱਖ ਹਮੇਸ਼ਾ ਵੱਡਾ ਹੋਏਗਾ, ਸੰਘਣਾ ਹੋਏਗਾ, ਘਣਛਾਵਾਂ ਹੋਏਗਾ। ਤਜਰਬੇ ਹੋਰ ਬਹੁਤ ਨੇ, ਸਾਂਝੇ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I, Beyant Kaur, I joined Akal Women Rural Empowerment in 2008. I remained here till 2011, and after that I was appointed as a teacher in Akal Academies in Punjab. When I remained here, I want to share my experience of those 3 years. Sure. Like when I joined this institute, I was not aware of this much that we will be given this type of education. But after that, many teachers were arranged by Babaji's, because that teachers came from other countries also, and Bombay, even Delhi, and we were given so many opportunities to attend many workshops, and we built our confidence. Today I'm able to speak in front of audience because of Babaji only, because he that provided us many opportunities, and because of those opportunities only, in my academy now I am working as second in charge at Akal Academy Kallo, district Mansa, and there I am teaching class 4th and 5th English also, and the online teaching is going on, and it is liked by the parents, the videos which are sent by the teachers. Even I am sending my English videos, and the parents are really very happy with that, and they are really saying that only this is the institute who is providing this type of education. And you know that 130 schools are run by this trust, and all are doing the same, and there is uniformity in all, and that same uniform is worn by all the children, and we all are the one, and we all will work together. No doubt today Babaji is not with us, but he is always with us, and his blessings are always with us. We will fulfill his dreams, and we will really come forward to fulfill Babaji's dreams. ਇਹ ਰਿਐਲਿਟੀਜ਼ ਦੀਆਂ ਜਿਹੜੀਆਂ ਗੱਲਾਂ ਨੇ, ਇਹ ਸੱਚਾਈਆਂ ਨੂੰ ਤੁਹਾਡੇ ਸਾਹਮਣੇ ਉਜਾਗਰ ਕਰਦੇ ਰਹਾਂਗੇ। ਉਜਾਗਰ ਕਰਨਾ ਸ਼ਬਦ ਮੈਂ ਇਸ ਕਰਕੇ ਵਰਤਿਆ ਕਿ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਅਸੀਂ ਸ਼ਾਇਦ ਇਹਨਾਂ ਅਧਿਆਪਕਾਂ ਨੂੰ ਪਹਿਲਾਂ ਕੋਈ ਸਿਖਾ ਕੇ ਲੈ ਕੇ ਆਏ ਹਾਂ। ਨਹੀਂ, ਇਸੇ ਕਰਕੇ ਮੈਂ ਉਜਾਗਰ ਸ਼ਬਦ ਵਰਤਿਆ ਕਿ ਜੋ ਕੁਛ ਇਹਨਾਂ ਦੀ ਜ਼ੁਬਾਨ 'ਚੋਂ ਨਿਕਲ ਰਿਹਾ ਉਹ ਇਹਨਾਂ ਦੇ ਕੋਰ ਹਾਰਟ ਦਾ ਫੀਲਿੰਗ ਹੈ। ਇਹਨਾਂ ਭਾਵਨਾਵਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਵਕਤ ਇੱਕ ਛੋਟੇ ਵਕਫੇ ਦਾ, ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ। ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਅਸੀਂ ਬੜੂ ਸਾਹਿਬ ਦੀ ਧਰਤੀ ਦੇ ਉੱਤੇ ਹਾਂ। ਅਕਾਲ ਅਕੈਡਮੀਆਂ ਦਾ ਉਹ ਸਾਰਾ ਜਿਹੜਾ 130 ਅਕੈਡਮੀਜ਼ ਦੀ ਚੇਨ, 2 ਯੂਨੀਵਰਸਿਟੀਆਂ, ਉਸ ਦੇ ਨਾਲ ਅਸੀਂ ਅੱਗੇ ਵਧੇ ਹੋਏ ਹਾਂ ਸਾਰੇ। ਅਤੇ ਸਾਡੇ ਨਾਲ ਵਿਮਨ ਇੰਪਾਵਰਮੈਂਟ ਨੂੰ ਮਜ਼ਬੂਤ ਕਰਨ ਦਾ ਜਿਹੜਾ ਇੱਕ ਟੀਚਾ ਲੈ ਕੇ ਚੱਲੇ ਹੋਏ ਅਕਾਲ ਅਕੈਡਮੀਆਂ ਦੇ ਸੁਪਨੇ ਨੇ, ਉਹਨਾਂ ਸੁਪਨਿਆਂ ਦੀ ਸੱਚਾਈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? I am Ramandeep Kaur from Shri Muktsar Sahib. I came here in 2009, and I have done ETT from Cambridge University through this institution only. Then I remain here at since 2013, and I trained here as an IB/PYP teacher. I worked here in this building 5 years. I have 5-year experience,
Then now I have shifted in one of the academy, Akal Academy, Swadikala. I'm working there. ਸਵਾਦੀ ਕਲਾਂ ਡਿਸਟ੍ਰਿਕਟ ਲੁਧਿਆਣਾ। Ludhiana, yes, Ludhiana. ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ? ਮਤਲਬ ਜਦੋਂ ਤੁਸੀਂ ਇੱਥੇ ਆਉਂਦੇ ਹੋ, ਜੁਆਇਨ ਕਰਦੇ ਹੋ, ਪਹਿਲੀ ਵਾਰੀ ਇਸ ਤੋਂ ਪਹਿਲਾਂ ਦੀ ਐਜੂਕੇਸ਼ਨ ਤੁਹਾਡੀ ਕਿੱਥੋਂ ਦੀ ਸੀਗੀ? ਮਤਲਬ ਤੁਹਾਡੀ ਸਕੂਲਿੰਗ ਕਿੱਥੋਂ ਦੀ ਸੀ? Yeah, I studied in JNV, Jawahar Navodaya Vidyalaya, Bringkhada. That is in Dabbali district. Right. Dabbali. ਤੇ ਉੱਥੋਂ ਦਾ ਐਕਸਪੀਰੀਅੰਸ, ਕਿਉਂਕਿ ਜਵਾਹਰ ਨਵੋਦਿਆ ਵਿਦਿਆਲਿਆ ਉਹ ਸੈਂਟਰਲ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ। Yeah, that is also in a hostel. That is also hostel. I remained in a hostel life only, but that is very different here. Okay. And like I explain. I will explain that in here I am getting the spiritual environment Atmosphere, there. Yeah, that every leaf is like reciting the Simran here. I feel that. And this is totally different from my that hostel. Here we are very secure. Like girls ਦੀ safety ਮਤਲਬ ਹੈਗੀ ਹੈ ਤਾਂ ਸਿਰਫ ਇਸੇ ਜਗ੍ਹਾ ਤੇ ਹੈਗੀ ਹੈ। Then I am very like feel proud to be here, and now also connecting with the Badu Sahib, and I am serving here. ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਜਿੰਨੇ ਸਾਲ ਤੁਸੀਂ ਇੱਥੇ ਰਹੇ, ਤੁਸੀਂ ਦੱਸਿਆ ਕਿ ਸੇਫਟੀ ਮੈਜਰਸ ਸਾਰਾ ਕੁਝ ਵਧੀਆ, ਹਰ ਪੱਤੇ ਦੇ ਉੱਤੇ ਸਿਮਰਨ ਔਰ ਨੇਚਰ ਦੀ ਤੁਹਾਨੂੰ ਜਿਹੜੀ ਕਾਲ, ਮਤਲਬ ਨੇਚਰ ਦਾ ਸਾਰਾ ਜੁੜੇ ਹੋਏ ਅਸੀਂ ਮਹਿਸੂਸ ਕਰਦੇ ਹਾਂ ਉਸ ਦੇ ਨਾਲ। ਇੱਥੋਂ ਉੱਥੇ ਜਾ ਕੇ ਹੁਣ ਤੁਸੀਂ ਐਜੂਕੇਟ ਕਰ ਰਹੇ ਹੋ। ਇਹ ਮੇਰੇ ਖਿਆਲ 'ਚ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਸਕੂਲਾਂ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਕਿਤੋਂ ਪੜ੍ਹ ਕੇ ਆਏ ਹੋ ਜਾਂ ਕਿਸੇ ਕਾਲਜ ਦੇ ਵਿੱਚ ਪੜ੍ਹ ਕੇ ਆਏ ਹੋ ਤਾਂ ਤੁਹਾਨੂੰ ਉਹੀ ਆਫਰ ਕਰਨ ਕਿ ਜਾਓ ਤੇ ਤੁਸੀਂ ਸਾਡੇ ਸਕੂਲ ਦੇ ਵਿੱਚ ਸਰਵ ਕਰ ਦਿਓ। ਇਹ ਮੌਕਾ, ਇਹ ਅਪਰਚੁਨਿਟੀ ਕਿੱਦਾਂ ਦੀ ਲੱਗਦੀ ਹੈ? I really feel proud, like we are standing on our feet and getting a handsome salary. This because of Baba Ji only, blessing of Baba Ji. Because je kash mere parents matlab they are not financially strong ki oh enna mainu padha sakde, but because of Baba Ji I am standing here, I am talking with you, and my communication is very good because of this institution ki ਅਸੀਂ ਇਹਨਾਂ ਨਾਲ ਜੁੜੇ ਹੋਏ ਆ, ਇਹਨਾਂ ਕਰਕੇ ਹੀ ਮਤਲਬ ਅੱਜ ਆਪਣੇ ਪੈਰਾਂ ਤੇ ਖੜੇ ਹੋਏ ਆ। ਆਹ ਬੜੀ ਮਹੱਤਵਪੂਰਨ ਗੱਲ ਹੈ। ਪੈਰਾਂ ਤੇ ਖੜੇ ਹੋਣ ਵਾਲਾ ਜਿਹੜਾ ਵਿਚਾਰ ਹੈ ਨਾ, ਇਹ ਵਿਚਾਰ ਇਸ ਕਰਕੇ ਮਹੱਤਵਪੂਰਨ ਆ ਕਿ ਹਿੰਦੁਸਤਾਨ ਦੇ ਵਿੱਚ ਬੇਰੁਜ਼ਗਾਰੀ ਦਾ ਜਿਹੜਾ ਆਲਮ ਹੈ ਉਹ ਅੰਕੜਿਆਂ ਤੇ ਪਾਰ ਦੀ ਗੱਲ ਹੈ। ਜੇ ਅੰਕੜਿਆਂ ਦੀ ਗੱਲ ਕਰੂੰਗਾ ਤਾਂ ਫਿਰ ਮੈਨੂੰ ਕਹਿਣਗੇ ਕਿ ਤੁਸੀਂ ਸਾਡੀਆਂ ਸਰਕਾਰਾਂ ਦੇ ਖਿਲਾਫ ਗੱਲ ਕਰਦੇ ਹੋ, ਤੇ ਸਰਕਾਰਾਂ ਨੂੰ ਵਿੱਚ ਨਾ ਲੈ ਕੇ ਆਈਏ, ਪਰ ਸਾਡੀਆਂ ਕੁੜੀਆਂ ਦੀ ਜਾਂ ਸਾਡੀਆਂ ਔਰਤਾਂ ਦੀ ਇੱਕ ਸ਼੍ਰੇਣੀ ਦਾ ਆਪਣੇ ਪੈਰਾਂ ਦੇ ਉੱਤੇ ਖੜਾ ਹੋਣਾ, ਇਹ ਸਾਡੇ ਲਈ ਬਹੁਤ ਪ੍ਰਾਊਡ ਫੀਲ ਕਰਨ ਵਾਲੀ ਗੱਲ ਹੈ। ਤੇ ਜਿਹੜੇ ਕਰ ਰਹੇ ਨੇ ਉਹਨਾਂ ਲਈ ਉਸ ਤੋਂ ਵੱਡਾ ਚੈਲੰਜ ਹੈ, ਕਿਉਂਕਿ ਇਹਨਾਂ ਚੀਜ਼ਾਂ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਹੁੰਦਾ। ਮੈਂ ਗੱਲ ਕੀਤੀ ਸੀ ਜਿਨ੍ਹਾਂ ਦੇ ਉੱਤੇ ਹੁਣ ਕਾਰਜ ਭਾਰ ਪਿਆ, ਡਾਕਟਰ ਦਵਿੰਦਰ ਵੀਰ ਜੀ ਹੋਰਾਂ ਨਾਲ, ਬਾਬਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ। ਉਹਨਾਂ ਨੇ ਦੱਸਿਆ ਕਿ ਫਾਈਨੈਂਸ਼ਲੀ ਕਿਸ ਤਰੀਕੇ ਨਾਲ ਸਟਰਕਚਰ ਜਿਹੜਾ ਹੈ ਬੁਰੇ ਤਰੀਕੇ ਨਾਲ ਚਰਮਰਾਇਆ ਹੋਇਆ, ਪਰ ਫਿਰ ਵੀ ਦੇ ਸਟਿਲ ਕੰਟੀਨਿਊ, ਜਾਰੀ ਰੱਖਣਗੇ। ਜਿੰਨੀਆਂ ਮਰਜ਼ੀ ਔਕੜਾਂ ਆਉਣ, ਮੁਸ਼ਕਲਾਂ ਆਉਣ, ਇਹ ਕਾਰਜ ਚੱਲਦੇ ਰਹਿਣਗੇ। ਉਹ ਭਾਵੇਂ ਸਿੱਖਿਆ ਦੇ ਖੇਤਰ ਦਾ ਕਾਰਜ ਹੈ, ਉਹ ਭਾਵੇਂ ਸਪਿਰਚੁਅਲ ਐਜੂਕੇਸ਼ਨ ਦਾ ਹੈ, ਭਾਵੇਂ ਗੁਰਬਾਣੀ ਦੇ ਨਾਲ ਜੋੜਨ ਦਾ ਕਾਰਜ ਹੈ। ਸਤਿ ਸ਼੍ਰੀ ਅਕਾਲ ਜੀ। ਜੀ 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 ਯਾ ਸ਼ੋਰ। ਹਾਂਜੀ, ਇੱਕ ਵਾਰ ਅਸੀਂ ਮਤਲਬ ਅਕਾਲ ਐਟ ਅਕਾਲ ਅਕੈਡਮੀ ਚੀਮਾ ਸਾਹਿਬ ਅਸੀਂ ਇੱਕ ਵਾਰੀ ਉੱਥੇ ਪਲੇ ਕੀਤਾ ਸੀ। ਦੈਟ ਆਈ ਐਮ ਪਲੇਇੰਗ ਅ ਮੇਨ ਰੋਲ ਇਨ ਦੈਟ ਪਲੇ। ਉਹ ਫੀਮੇਲ ਫਰਟੀਸਾਈਡਸ ਤੇ ਸੀ। ਦੈਨ Baba Ji, he really liked that my play and my role, and he gifted me a big sword. And ਉਹਨਾਂ ਨੇ ਮੈਨੂੰ ਇਹ ਕਿਹਾ ਕਿ ਪਲੇ ਕਰਨਾ ਵਾ ਬੇਟਾ, ਹਰ ਇੱਕ ਜਗ੍ਹਾ ਤੇ ਕਰਨਾ ਹੈ। ਫੀਮੇਲ ਫਰਟੀਸਾਈਡਸ ਦੇ ਰਿਲੇਟਡ ਸੀਗਾ, ਬਟ ਉਹਨਾਂ ਨੂੰ ਇਹ ਕਹਿਣਾ ਹੈ ਕਿ ਕਿਲਿੰਗ ਨਹੀਂ ਕਰਨੀ ਆ ਗਰਲਸ, ਠੀਕ ਹੈ, ਬਰਥ ਦਿਓ, ਬਟ ਇੱਕ ਇੰਸਟੀਟਿਊਟ ਐਦਾਂ ਦਾ ਹੈਗਾ ਕਿ ਜੋ ਲੜਕੀਆਂ ਨੂੰ ਪੜ੍ਹਾਏਗਾ ਵੀ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਵੀ ਖੜੇ ਕਰੇਗਾ। ਇਸ ਨਾਂ ਦੇ ਉੱਤੇ ਮੈਂ ਚਾਹੁੰਦਾ ਕਿ ਕਲੈਪਿੰਗ ਹੋ ਜਾਣੀ ਚਾਹੀਦੀ ਹੈ, ਜ਼ਰੂਰ ਹੋਣੀ ਚਾਹੀਦੀ ਹੈ। ਕਿੱਡਾ ਵੱਡਾ ਸੁਨੇਹਾ। ਬੇਸ਼ੱਕ ਬੰਦਾ ਇਨਸਾਨ ਸੰਸਾਰਕ ਪ੍ਰਾਣੀ ਹੋਣ ਦੇ ਨਾਤੇ ਸਾਡਾ ਇੱਥੋਂ ਜਾਣਾ ਤੈਅ ਹੈ, ਪਰ ਮਨ ਦੇ ਵਿੱਚ ਇਹ ਸੋਚ ਹੋਣੀ ਤੇ ਸੁਨੇਹਾ ਇਹਨਾਂ ਦੇ ਰਾਹੀਂ ਦੇਣਾ ਕਿ ਜੇਕਰ ਤੁਸੀਂ ਕੁੜੀਆਂ ਨੂੰ ਪਾਲ ਨਹੀਂ ਸਕਦੇ ਤਾਂ ਕੋਈ ਗੱਲ ਨਹੀਂ, ਜਨਮ ਦਿਓ, ਕੁੱਖਾਂ 'ਚ ਨਾ ਕਤਲ ਕਰਾਓ, ਜਨਮ ਦਿਓ। ਤੇ ਇੱਕ ਇੰਸਟੀਚਿਊਟ, ਇੱਕ ਅਦਾਰਾ ਗੁਰੂ ਦੀ ਕਿਰਪਾ ਨਾਲ ਇੱਕ ਐਸਾ ਹੈ, ਕੋਈ ਨਹੀਂ, ਸਾਨੂੰ ਦੇ ਦਿਓ ਬੱਚੀਆਂ, ਅਸੀਂ ਪੜ੍ਹਾਵਾਂਗੇ ਵੀ, ਲਿਖਾਵਾਂਗੇ ਵੀ, ਤੇ ਉਹਨਾਂ ਨੂੰ ਪੈਰਾਂ 'ਤੇ ਵੀ ਖੜਾ ਕਰਾਂਗੇ। ਸਲੂਟ ਇੱਦਾਂ ਦੀ ਸੋਚ ਨੂੰ ਸਲੂਟ ਕਰਨਾ ਵਾ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੰਦੀਪ ਕੌਰ ਹੈ, ਸੰਦੀਪ ਜੀ, ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਨੇਟਿਵ ਮੋਗਾ ਤੋਂ। ਮੋਗੇ ਤੋਂ। ਹਾਂਜੀ। ਤੁਹਾਡਾ ਕਦੋਂ ਸਫ਼ਰ ਸ਼ੁਰੂ ਹੁੰਦਾ ਹੈ ਅਕਾਲ ਅਕੈਡਮੀਆਂ ਨਾਲ ਜਾਂ ਬੜੂ ਸਾਹਿਬ ਨਾਲ ਜੁੜਨ ਦਾ? ਮੈਂ ਇੱਥੇ 2009 ਦੇ ਵਿੱਚ ਆਈ ਸੀ +2 ਤੋਂ ਬਾਅਦ, ਔਰ ਮੈਂ ਇੱਥੇ ETT ਕੀਤੀ ਹੈ ਤੇ ਹੁਣ ਮੈਂ ਅਕਾਲ ਅਕੈਡਮੀ ਸਵੱਦੀ ਕਲਾਂ ਵਿੱਚ ਟੀਚਰ ਹਾਂ। ਕਿਵੇਂ ਰਿਹਾ ਜਦੋਂ ਤੁਸੀਂ +2 ਤੱਕ ਦੀ ਪੜ੍ਹਾਈ ਤੁਹਾਡੀ ਕਿੱਥੋਂ ਦੀ ਸੀਗੀ? ਸਰਕਾਰੀ ਸਕੂਲ ਦੇ ਤੋਂ ਮੈਂ ਕੀਤੀ ਹੈ +2। ਤੇ ਉੱਥੋਂ ਦੱਸ ਕਿਹਨੇ ਪਾਈ ਕਿ ETT ਦਾ ਕੋਰਸ ਜਿਹੜਾ ਤੁਸੀਂ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਜਾ ਕੇ ਕਰੋ? ਸਾਡੇ ਨੀਅਰ ਹੀ ਅਕਾਲ ਅਕੈਡਮੀ ਚਾਂਡੇ ਆ, ਉੱਥੋਂ ਜਾਣੀ ਕਿ ਮੇਰਾ ਭਤੀਜਾ ਉੱਥੇ ਪੜ੍ਹਦਾ ਸੀਗਾ, ਉਹਨਾਂ ਤੋਂ ਸਾਨੂੰ ਜਾਣੀ ਕਿ ਪਤਾ ਲੱਗਿਆ ਵੀ ਉੱਥੇ ਗਰਲਸ ਨੂੰ ਟੀਚ ਕੀਤਾ ਜਾਂਦਾ ਜਾਂ ਉਹਨਾਂ ਨੂੰ ਰੱਖਿਆ ਜਾਂਦਾ ਵਾ। ਕਿਵੇਂ ਰਿਹਾ ਫਿਰ ਜਿਵੇਂ ਇੱਥੇ ਪਹੁੰਚ ਗਏ ਤੁਸੀਂ? ਤੁਹਾਡੀ ਪੜ੍ਹਾਈ ਦਾ ਸਾਰਾ ਤਜਰਬਾ, ਇੱਥੋਂ ਦੇ ਮਾਹੌਲ ਦਾ, ਵਾਤਾਵਰਨ ਦਾ, ਤੁਹਾਡੀਆਂ ਕੀ ਫੀਲਿੰਗਸ ਸੀਗੀਆਂ ਉਦੋਂ? ਕੀ ਰਿਹਾ ਤੁਹਾਡਾ ਤਜਰਬਾ? ਵੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਦੋਂ ਮੈਂ ਇੱਥੇ ਆਈ ਹਾਂ। ਪਹਿਲਾਂ ਵੀ ਸਾਨੂੰ ਇੰਨਾ ਐਕਸਪੀਰੀਅੰਸ ਵੀ ਨਹੀਂ ਸੀ, ਪਾਠ ਵਗੈਰਾ ਵੀ ਕੁਝ ਵੀ ਨਹੀਂ ਕਰਦੇ ਸੀ। ਬਾਬਾ ਜੀ ਦੇ ਕਰਕੇ ਹੀ ਅੱਜ ਅਸੀਂ ਇੱਥੇ ਖੜੇ ਹਾਂ ਤੇ ਜੋ ਵੀ ਉਹਨਾਂ ਨੇ ਸਾਨੂੰ ਸਿਖਾਇਆ ਅੱਜ ਅਸੀਂ ਬੱਚਿਆਂ ਨੂੰ ਵੀ ਉਹਨਾਂ ਨਾਲ ਨੌਲੇਜ ਆਪਣੀ ਸ਼ੇਅਰ ਕਰ ਰਹੇ ਹਾਂ। ਤੇ ਮਤਲਬ ਕਿਹਾ ਜਾਂਦਾ ਕਿ ਔਰਤਾਂ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਹੀਲੇ ਕਰਨੇ ਪੈਂਦੇ, ਮਤਲਬ ਜਿਵੇਂ ਆਪਾਂ ਰੁਜ਼ਗਾਰ ਦੀ ਉਹ ਗੱਲ ਕਰ ਲਈਏ, ਬਹੁਤ ਕੁੜੀਆਂ ਨੇ ਜਿਹੜੀਆਂ B.Ed ETT MA M.Ed M.Phil PhD ਕਰੀ ਫਿਰਦੇ ਨੇ ਪਰ ਹਾਲੇ ਤੱਕ ਜੌਬ ਨਹੀਂ ਮਿਲੀ। ਇਹ ਤਜਰਬਾ ਤੁਹਾਡਾ ਕਿਵੇਂ ਰਹਿੰਦਾ ਕਿ ਤੁਸੀਂ ਇੱਥੋਂ ETT ਕਰਦੇ ਹੋ ਤੇ ਉਦੋਂ ਬਾਅਦ ਤੁਹਾਨੂੰ ਅਕੈਡਮੀ ਦੇ ਵਿੱਚ ਹੀ ਜੌਬ ਮਿਲਦੀ ਹੈ? ਬਹੁਤ ਵਧੀਆ ਤਜਰਬਾ ਇਹ। ਮੈਂ ਹਰ ਇੱਕ ਨੂੰ ਇਹੀ ਕਹਿਣਾ ਚਾਹੂੰਗੀ ਵੀ ਜੋ ਵੀ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦਾ ਉਹਨਾਂ ਨੂੰ ਜ਼ਰੂਰ ਬੜੂ ਸਾਹਿਬ ਭੇਜਣ। ਉਹਨਾਂ ਨੂੰ ਜ਼ਰੂਰ, ਹਰ ਇੱਕ ਨੂੰ ਜਾਣੀ ਕਿ ਆਪਣਾ ਹੁੰਦਾ ਵੀ ਅਸੀਂ ਜੌਬ ਕਰੀਏ, ਪਰ ਲੋਕਾਂ ਨੂੰ ਕੁਝ ਵੀ ਨਹੀਂ ਮਿਲਦਾ, ਐਡੀ ਐਡੀ ਡਿਗਰੀ ਲੈ ਕੇ ਤੁਰੇ ਫਿਰਦੇ ਨੇ। ਪਰ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਵੀ ਬਾਬਾ ਜੀ ਸਾਰਿਆਂ ਲਈ ਇਹ ਜਿਹੜਾ ਇੰਸਟੀਟਿਊਟ ਹੈ ਖੁੱਲ੍ਹਾ ਹੈ ਤੇ ਉਹ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਉਣ। ਇਹ ਸੁਨੇਹੇ ਜਿਹੜੇ ਨੇ ਇਹ ਤੁਹਾਡੇ ਤੱਕ ਪਹੁੰਚਣੇ ਬੜੇ ਲਾਜ਼ਮੀ ਸੀਗੇ ਔਰ ਇਹਨਾਂ ਸੁਨੇਹਿਆਂ ਨੂੰ ਅਸੀਂ ਅਨਕਟ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਇਆ ਕਿਉਂਕਿ ਇਹ ਉਹ ਪਾਰਟ ਹੈ ਲਾਈਫ ਦਾ, ਜਾਂ ਇਹ ਉਹ ਪਾਰਟ ਨੇ, ਇਹ ਸਾਡੀਆਂ ਜਿਹੜੀਆਂ ਟੀਚਰਸ ਨੇ, ਇਹ ਉਹ ਪਾਰਟ ਨੇ ਜਿਨ੍ਹਾਂ ਦੇ ਵਿੱਚੋਂ ਚੀਜ਼ਾਂ ਉਹ ਸਾਹਮਣੇ ਆਈਆਂ ਤੁਹਾਡੀਆਂ ਕਿ ਤੁਹਾਡੇ ਨਾਲ ਇਹ ਗੱਲਾਂ ਸਿੱਧੇ ਤੌਰ ਦੇ ਉੱਤੇ ਅਸੀਂ ਪਹੁੰਚਾਉਣ ਦਾ ਯਤਨ ਕੀਤਾ। ਬੜੂ ਸਾਹਿਬ ਦੀ ਇਸ ਧਰਤੀ ਦੇ ਸਫ਼ਰ ਨੂੰ ਲਗਾਤਾਰਤਾ ਨਾਲ ਬਣਾਈ ਰੱਖਾਂਗੇ। ਫਿਲਹਾਲ ਇੱਕ ਵਕਫੇ ਦਾ ਵੇੜਾ ਹੋਇਆ, ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਸਫ਼ਰ ਕਦੇ ਵੀ ਪੂਰਾ ਨਹੀਂ ਹੁੰਦਾ, ਸਫ਼ਰ ਹਮੇਸ਼ਾ ਚੱਲਦਾ ਰਹਿੰਦਾ ਹੁੰਦਾ ਔਰ ਸਫ਼ਰ ਦਾ ਚੱਲਦਾ ਰਹਿਣਾ ਮਹੱਤਵਪੂਰਨ ਹੈ ਕਿਉਂਕਿ ਮੰਜ਼ਿਲ ਤੇ ਪਹੁੰਚ ਕੇ ਤਾਂ ਸਾਨੂੰ ਰੁਕਣਾ ਪੈ ਜਾਂਦਾ, ਸਾਨੂੰ ਬੈਠਣਾ ਪੈ ਜਾਂਦਾ। ਜਦੋਂ ਅਸੀਂ ਰਾਹਾਂ ਦੇ ਵਿੱਚ ਹੁੰਨੇ ਆ ਉਦੋਂ ਹੀ ਅਸੀਂ ਕੁਦਰਤ ਤੋਂ, ਮਨੁੱਖਤਾ ਤੋਂ ਸਿੱਖ ਰਹੇ ਹੁੰਨੇ ਆ ਔਰ ਸਿੱਖਣ ਦੀ ਪ੍ਰਕਿਰਿਆ ਦੇ ਵਿੱਚੋਂ ਹੀ ਅਕਾਲ ਅਕੈਡਮੀਆਂ ਦੀ ਇਹ ਜਿਹੜੀ ਚੇਨ ਹੈ ਇਹ ਲਗਾਤਾਰਤਾ ਦਾ ਇੱਕ ਹਿੱਸਾ ਬਣ ਕੇ ਸਾਹਮਣੇ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? I am Manpreet Kaur, belongs to Bhuna district, Fatehpur in Haryana. ਤੁਸੀਂ ਕੀ ਸੇਵਾ ਨਿਭਾ ਰਹੇ ਹੋ ਉੱਥੇ? Sir, now I am working as a principal in Akal Academy Sanyana. My teachers are also here with us. They also studied here. I have completed elementary teacher training program here in 2007. I joined, and in 2009 I was appointed as a teacher in Akal Academy Badu Sahib only. After that I did as a teacher I did my job in many academies which are from here only. And after that in 2016 after my marriage I was appointed as a principal. I got promotion. I never thought that I will be a principal in my future, but it happens just because of the blessings of Baba Ji. ਕਿੱਦਾਂ ਰਿਹਾ ਐਕਸਪੀਰੀਅੰਸ? ਕਿੱਦਾਂ ਰਿਹਾ This experience ਇੱਥੋਂ ਐਜੂਕੇਸ਼ਨ ਲੈਣ ਦਾ, ਇੱਥੋਂ ਦੇ ਵਾਤਾਵਰਨ ਦਾ, ਉਸ ਤੋਂ ਬਾਅਦ ਚੱਲਦੇ ਹਾਂ ਤੁਹਾਡੀ ਜੌਬ ਤੇ। ਜੌਬ ਓਰੀਐਂਟਡ ਹੋ ਜਾਣਾ, ਜੌਬ ਦਾ ਸੇਫ ਜਾਂ ਫਿਊਚਰ ਦਾ ਸਿਕਿਉਰ ਹੋਣਾ, ਪਹਿਲਾਂ ਇੱਥੋਂ ਦੇ ਐਕਸਪੀਰੀਅੰਸ ਨੂੰ ਸ਼ੇਅਰ ਕਰੋ। Sir, when I came here, I was listening in Punjab or Haryana that girls are going at Badu Sahib, but they are not safe. But when I joined here, I was amazed and I was shocked because if we say that if there is any safe environment in India, that is in Badu Sahib only. So people who are not sending their girls outside, they want to give them higher education. They can send them in Badu Sahib who are feeling that their
girls are not secure in India. In any place, but in Himachal Pradesh, Badu Sahib, they are secure, and here they can get their higher education also. And even Babaji, the families who are not able to give education just because of the financial problem, yes, economical conditions, but here they are getting free education also, those girls who are not able to take just to do their study in Punjab or Haryana or in other states also. Here the girls are coming from each state and even from other countries also, they are coming here, and children are also getting study here. But I think that here, if we are going to come, we are not thinking that we will get job here. After getting study from here, and then we are able to get job also. And now if we see that many people are there who are doing study, but they are not getting job. Many people are there jobless, like during lockdown many people have lost their job. But in Akal Academies we were getting our salaries on time. Even all the teachers, they were giving study to the children, online classes they were providing, so we were getting our salary. But in other schools, what happens, the schools which were around us, they have lost their job also. The means the principals of the school, they have told that we don't have money, so if they are having 20 teachers in a school, they have kept 5 teachers for the classes, 15 teachers they have just taken them out from their schools. ਕੀ ਤੁਹਾਡੀ ਲਾਈਫ ਦੀ ਡਿਜ਼ਾਇਰ ਹੈ ਕਿ ਜਿਹੜਾ ਕੁਝ ਤੁਹਾਨੂੰ ਇੱਥੋਂ ਸਿੱਖਣ ਨੂੰ ਮਿਲਿਆ, ਜਿਹੜਾ ਕੁਝ ਤੁਹਾਨੂੰ ਬਾਬਾ ਜੀ ਨੇ ਜਾਂ ਅਕਾਲ ਅਕੈਡਮੀ ਨੇ ਸਿਖਾਇਆ, ਕਿ ਤੁਸੀਂ ਵੀ ਲਾਈਫ ਦੇ ਵਿੱਚ ਉਸ ਚੀਜ਼ ਨੂੰ ਇੰਪਲੀਮੈਂਟ ਕਰੋ, ਜਾਂ ਤੁਸੀਂ ਸੋਸਾਇਟੀ ਨੂੰ ਕੁਝ ਵਾਪਸ ਕਰੋ? ਕਿਉਂਕਿ ਤੁਹਾਨੂੰ ਜੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਤੁਹਾਨੂੰ ਜੌਬ ਵੀ ਮਿਲੀ, ਤਾਂ ਕੀ ਤੁਹਾਡੇ ਅੰਦਰ ਕੋਈ ਇਦਾਂ ਦੀ ਇੱਛਾ ਜਾਂ ਸੁਪਨਾ ਹੈ ਕਿ ਤੁਸੀਂ ਵੀ ਸੋਸਾਇਟੀ ਨੂੰ ਆਪਣੀ ਐਜੂਕੇਸ਼ਨ ਨਾਲ ਜਾਂ ਆਪਣੀ ਟੀਚਿੰਗ ਨਾਲ ਵਾਪਸ ਕਰੋ ਕੁਝ? ਹਾਂਜੀ ਸਰ, ਜੇ ਅਸੀਂ ਇੱਥੋਂ ਦੀ ਬਦੌਲਤ ਅੱਜ ਮੈਂ ਪ੍ਰਿੰਸੀਪਲ ਦੀ ਜੌਬ ਕਰ ਰਹੀ ਹਾਂ, ਤਾਂ ਇੱਥੋਂ ਦੀ ਬਦੌਲਤ ਕਰ ਰਹੀ ਹਾਂ, ਬਾਬਾ ਜੀ ਦੀ ਬਦੌਲਤ ਕਰ ਰਹੀ ਹਾਂ, ਡਾਕਟਰ ਮੈਮ ਔਰ ਡਾਕਟਰ ਸਰ ਦੀ ਬਦੌਲਤ ਅਸੀਂ ਅੱਜ ਇੱਥੇ ਹਾਂ। ਜੇ ਸਾਡਾ ਵੀ ਫਰਜ਼ ਬਣਦਾ ਕਿ ਜੇ ਅਸੀਂ ਉਹਨਾਂ ਦੀ ਬਦੌਲਤ ਅੱਜ ਆਪਣੇ ਪੈਰਾਂ ਤੇ ਖੜੇ ਹਾਂ, ਤਾਂ ਅਸੀਂ ਵੀ ਉਹਨਾਂ ਦਾ ਸੁਪਨਾ ਜਿਹੜਾ ਬਾਬਾ ਜੀ ਦਾ ਹੈਗਾ ਉਹ ਅਸੀਂ ਪੂਰਾ ਕਰੀਏ। ਸੋ ਤਾਂ ਕਰਕੇ ਹੀ ਅਸੀਂ ਅੱਜ ਤੱਕ ਇੰਨੇ ਸਾਲਾਂ ਤੋਂ ਅਸੀਂ ਜੁੜੇ ਹੋਏ ਹਾਂ, 2007 ਤੋਂ ਅਸੀਂ ਹੁਣ ਤੱਕ ਜੁੜੇ ਹੋਏ ਹਾਂ, ਔਰ ਅੱਗੇ ਵੀ ਅਸੀਂ ਜੁੜੇ ਹੀ ਰਹਾਂਗੇ, ਕਿਉਂਕਿ ਅੱਜ ਬਾਬਾ ਜੀ ਸਾਡੇ ਵਿੱਚ ਨਹੀਂ ਰਹੇ, ਪਰ ਜਿਹੜਾ ਉਹਨਾਂ ਦਾ ਡ੍ਰੀਮ ਹੈ ਉਹ ਸਾਡਾ ਫਰਜ਼ ਹੈ ਅਸੀਂ ਸਾਰੇ ਪੂਰਾ ਕਰੀਏ ਰਲ ਕੇ। ਕਿਉਂਕਿ ਬਾਬਾ ਜੀ ਨੇ ਸਾਨੂੰ ਕਿਹਾ ਸੀ ਕਿ ਜਿਹੜੀ ਹੈ ਸਾਰੀ ਅਕਾਲ ਫੌਜ ਹੈ, ਬਾਬਾ ਜੀ ਜਿੰਨੇ ਵੀ ਸਾਡੇ 132 ਅਕੈਡਮੀਜ਼ ਨੂੰ ਉਹਨਾਂ ਨੂੰ ਅਕਾਲ ਫੁਲਵਾੜੀ ਦਾ ਨਾਮ ਦਿੰਦੇ ਆ। ਸੋ ਅਸੀਂ ਬਾਬਾ ਜੀ ਦੀ ਅਕਾਲ ਫੁਲਵਾੜੀ ਹੈ ਜਿਹੜੀ ਉਹਨੂੰ ਅਸੀਂ ਜ਼ਰੂਰ ਅੱਗੇ ਲੈ ਕੇ ਜਾਵਾਂਗੇ, ਤੇ ਅਸੀਂ ਜਿਹੜਾ ਬਾਬਾ ਜੀ ਦਾ ਸੁਪਨਾ ਅਸੀਂ ਉਹਨੂੰ ਹਮੇਸ਼ਾ ਪੂਰਾ ਕਰਾਂਗੇ, ਸਾਡੀ ਕੋਸ਼ਿਸ਼ ਹੀ ਰਹੇਗੀ। ਸੋ ਸਾਡੇ ਜਿਹੜੇ ਟੀਚਰਸ ਨੇ ਉਹ ਵੀ ਇਸ ਚੀਜ਼ ਦੇ ਉੱਪਰ ਪੂਰਾ ਉਤਰਦੇ ਨੇ, ਉਹ ਬੱਚਿਆਂ ਨੂੰ ਜੋ ਵੀ ਬਾਬਾ ਜੀ ਦੇ ਬਚਨ ਹੈ ਉਹਨਾਂ ਦੇ ਅਕੋਰਡਿੰਗ ਢਾਲਦੇ ਨੇ, ਬੱਚੇ ਵੀ ਢਲਦੇ ਨੇ। ਬਾਕੀ ਸਕੂਲਾਂ ਦੇ ਵਿੱਚ ਜਿਹੜਾ এনवायरमेंट ਸੇਫ ਨਹੀਂ ਹੈਗਾ, ਜੇ ਕੋਈ ਵੀ ਬੱਚਾ ਸਾਡੇ ਕੋਲ ਅਕੈਡਮੀ ਦੇ ਵਿੱਚ ਆ ਜਾਂਦਾ ਹੈ, ਉਹ ਸਪਿਰਚੁਅਲ ਐਜੂਕੇਸ਼ਨ ਦੇ ਨਾਲ ਜਿਹੜੀ ਹੈਗਾ ਸਾਇੰਟੀਫਿਕ ਐਜੂਕੇਸ਼ਨ ਵੀ ਲੈ ਰਿਹਾ। ਸੋ ਇਹ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਜੋ ਬੜੂ ਸਾਹਿਬ ਵੱਲੋਂ ਕੀਤਾ ਜਾ ਰਿਹਾ। ਇਹ ਫੁਲਵਾੜੀ ਮਹਿਕ ਦੀ ਵੀ ਰਹੇਗੀ, ਟੈਕ ਦੀ ਵੀ ਰਹੇਗੀ, ਕਿਉਂਕਿ ਇਸ ਦੇ ਮਾਲੀ ਜਿਹੜੇ ਨੇ ਉਹ ਉਸ ਤਰੀਕੇ ਨਾਲ ਹੀ ਤਿਆਰ ਕੀਤੇ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਗੁਰਵਿੰਦਰ ਕੌਰ। ਗੁਰਵਿੰਦਰ, ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮੈਂ ਕੈਥਲ ਤੋਂ ਬਿਲੋਂਗ ਕਰਦੀ ਹਾਂ, ਹਰਿਆਣਾ ਡਿਸਟ੍ਰਿਕਟ ਤੋਂ, ਬਟ ਮੈਂ ਜੌਬ ਪੰਜਾਬ ਵਿੱਚ ਕਰ ਰਹੀ ਹਾਂ, ਅਕਾਲ ਅਕੈਡਮੀ ਕੁਸਲਾ। ਅਸੀਂ ਹੋਸਟਲ ਵਿੱਚ ਹੀ ਰਹਿੰਦੇ ਹਾਂ। ਕਿਹੜੇ ਡਿਸਟ੍ਰਿਕਟ ਦੇ ਵਿੱਚ ਹੈ ਇਹ? ਮਾਨਸਾ ਡਿਸਟ੍ਰਿਕਟ। ਹਾਂਜੀ। ਤੁਸੀਂ ਕਦੋਂ ਜੁੜੇ ਸੀਗੇ ਬੜੂ ਸਾਹਿਬ ਨਾਲ? ਇੱਥੇ ਮੈਂ 2009 ਨਾਲ ਜੁੜੀ ਸੀ। ਕਿਹੜੀ ਐਜੂਕੇਸ਼ਨ ਲੈਣ ਆਏ ਸੀਗੇ? ਮੈਂ 10th ਕੀਤੀ ਹੋਈ ਸੀ। ਉਦੋਂ ਮੇਰੀ ਏਜ ਵੀ ਕਾਫੀ ਛੋਟੀ ਸੀ, ਮੈਂ 15 ਕੁ ਸਾਲ ਦੀ ਸੀ। ਜਦੋਂ ਮੈਂ ਇੱਥੇ ਆਈ ਮੈਂ ਦੇਖਿਆ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ। ਵੀ ਕਈ ਵਾਰੀ ਹੁੰਦਾ ਆਪਣੇ ਪੇਰੈਂਟਸ ਆਪਾਂ ਨੂੰ ਇੰਨਾ ਕੁਝ ਨਹੀਂ ਦੇ ਸਕਦੇ ਹੈਗੇ, ਬਟ ਆਪਣੇ ਅੰਦਰ ਇੱਛਾਵਾਂ ਹੁੰਦੀਆਂ ਨੇ ਕਿ ਅਸੀਂ ਕੁਝ ਸਿੱਖਣਾ, ਕੁਝ ਬਣਨਾ, ਹਨਾ। ਉਹ ਬਾਕੀ ਜਿੱਥੇ ਪ੍ਰਮਾਤਮਾ ਦੀ ਮਿਹਰ ਹੋ ਜੇ ਉਹ ਕੁਝ ਵੀ ਕਰ ਸਕਦਾ। ਬਾਕੀ ਇਹੋ ਜੀ ਜਗ੍ਹਾ ਆ ਕਿ ਜਿਹੜਾ ਬੰਦਾ ਇੱਥੇ ਆ ਜਾਵੇ, ਮੈਨੂੰ ਨਹੀਂ ਲੱਗਦਾ ਉਹ ਜ਼ਿੰਦਗੀ 'ਚ ਮਾਰ ਖਾਵੇਗਾ। ਕਿਵੇਂ? ਮਤਲਬ ਉਹ ਤੁਹਾਡੇ ਨਾਲ ਪ੍ਰੈਕਟੀਕਲ ਹੋਇਆ ਹੋਊਗਾ ਤਾਂ ਤੁਸੀਂ ਇਹ ਗੱਲ ਕਹੀ। ਕਿਵੇਂ ਦੱਸੋ ਸਾਡੇ ਦਰਸ਼ਕਾਂ ਨੂੰ। ਇੱਥੇ ਜਦੋਂ ਅਸੀਂ ਆਉਂਦੇ ਆ ਤਾਂ ਦੇਖੋ, ਮਤਲਬ ਕਿ ਆਪਣੇ ਘਰ ਪਰਿਵਾਰ ਨੂੰ ਸਭ ਨੂੰ ਭੁੱਲ ਜਾਂਦੇ ਆ। ਸਾਨੂੰ ਕੋਈ ਇਦਾਂ ਨਹੀਂ ਹੁੰਦਾ, ਫੀਲ ਨਹੀਂ ਹੁੰਦਾ ਵੀ ਸਾਡੇ ਮਾਪਿਆਂ ਨੂੰ, ਸਾਨੂੰ ਇੱਥੇ ਜ਼ਿੰਦਗੀ ਜੀਣ ਦਾ ਪਤਾ ਲੱਗ ਜਾਂਦਾ ਵੀ ਅਸਲ ਜ਼ਿੰਦਗੀ ਕੀ ਹੈ। ਮੇਨ ਜਿਹੜਾ ਸਾਡਾ ਆਪਣਾ ਪਰਮਾਤਮਾ ਨੂੰ ਮਿਲਣ ਦਾ ਹੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਲਕੀ ਤੇਰੀ ਬਰੀਆ। ਆਪਾਂ ਪਰਮਾਤਮਾ ਨੂੰ ਮਿਲਣਾ ਹੈ। ਜਿਹੜੇ ਸਾਰੇ ਕਾਰਜ ਨੇ ਸਾਰੇ ਦੁਨਿਆਵੀ ਨੇ, ਇਹ ਆਪਣੇ ਨਾਲ ਨਹੀਂ ਜਾਣੇ ਹੈਗੇ। ਜਦੋਂ ਆਪਾਂ ਇੱਥੇ ਆਉਂਦੇ ਆ, ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਵੀ ਆਪਾਂ ਜ਼ਿੰਦਗੀ ਕਿੱਦਾਂ ਜੀਣੀ ਹੈ। ਘਰੇ ਆਪਾਂ ਕੰਮਾਂ ਕਾਜਾਂ 'ਚ ਰੁੱਝੇ ਹੋਏ ਆ, ਆਪਾਂ ਨੂੰ ਨਹੀਂ ਪਤਾ ਹੈਗਾ, ਨਾ ਆਪਾਂ ਸਮਾਂ ਦਿੰਨੇ ਆ। ਬੇਸ਼ੱਕ ਕਿੰਨੇ ਕੋਈ ਪ੍ਰਚਾਰ ਕਰ ਰਹੇ ਨੇ, ਕੀਰਤਨ ਕਰਦੇ ਨੇ, ਸਭ ਕੁਝ ਕਰਦੇ ਨੇ, ਸਮਝਾਉਂਦੇ ਨੇ, ਬਟ ਆਪਣੇ ਉਹ ਸਮਝ 'ਚ ਨਹੀਂ ਪੈ ਰਿਹਾ ਹੈਗਾ। ਇੱਥੇ ਆ ਕੇ ਆਪਾਂ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ, ਪਤਾ ਲੱਗਦਾ, ਵਾਤਾਵਰਨ ਨੂੰ ਦੇਖ ਕੇ ਇਹ ਚੀਜ਼ ਫੀਲ ਹੁੰਦੀ ਹੈ ਕਿ ਨਹੀਂ, ਆਪਾਂ ਉਹ ਜ਼ਿੰਦਗੀ ਹੈ ਜਿਹੜੀ
ਕੀ ਕਰ ਰਹੇ ਆ, ਵੇਸਟ ਕਰ ਰਹੇ ਆ। ਆਪਣਾ ਉਹ ਕੋਈ ਮਕਸਦ ਨਹੀਂ ਹੈਗਾ, ਆਪਣਾ ਮੇਨ ਮਕਸਦ ਵਾਹਿਗੁਰੂ ਨੂੰ ਮਿਲਣ ਦਾ, ਠੀਕ ਹੈ। ਇੱਥੇ ਆ ਕੇ ਆਪਾਂ ਕੀ ਕਰਦੇ ਆ, ਜਿੱਦਾਂ ਦੁਨਿਆਵੀ ਤੌਰ ਤੇ ਆਪਾਂ ਵਿੱਦਿਆ ਲੈ ਰਹੇ ਆ, ਵਿੱਦਿਆ ਆਪਾਂ ਨੂੰ ਉੱਥੇ ਮਿਲਦੀ, ਬਹੁਤ ਚੰਗੀ ਵਿੱਦਿਆ ਮਿਲਦੀ ਹੈ। ਮੈਨੂੰ ਨਹੀਂ ਲੱਗਦਾ ਕੋਈ ਹੋਰ ਸੰਸਥਾ ਇਦਾਂ ਦੀ ਹੋਵੇਗੀ ਜਿਹੜੀ ਵਿੱਦਿਆ ਦੇ ਨਾਲ ਨਾਲ ਅਧਿਆਤਮਿਕ ਵਿੱਦਿਆ ਵੀ ਦੇ ਰਹੀ ਹੋਏਗੀ, ਠੀਕ ਹੈ। 132 ਅਕੈਡਮੀਜ਼ ਨੇ। ਇਹ ਵੀ ਬਾਬਾ ਜੀ ਦਾ ਆਸ਼ਾ ਸੀ ਕਿ ਮੇਰੀਆਂ 500 ਅਕੈਡਮੀਜ਼ ਵਿੱਚ ਮੇਰੀਆਂ ਫੁੱਲਵਾੜੀ ਜਿਹੜੀ ਬੀਜਾਂਗਾ ਉਹ ਮੇਰੀਆਂ ਬੱਚੀਆਂ ਹੋਣ, ਗਰੀਬ ਘਰਾਂ ਦੀਆਂ ਬੱਚੀਆਂ ਹੋਣ, ਕਿਉਂਕਿ ਅਮੀਰ ਘਰ ਨੂੰ ਹਰ ਕੋਈ ਪੇਰੈਂਟਸ ਪੜ੍ਹਾ ਸਕਦੇ ਆ, ਗਰੀਬ ਘਰਾਂ ਨੂੰ ਨਹੀਂ ਪੜ੍ਹਾ ਸਕਦੇ ਹੈਗੇ। ਉਹ ਕੀ ਹੁੰਦਾ, ਇੰਨਾ ਨਹੀਂ ਖਰਚ ਹੈਗਾ ਅੱਜ ਕੱਲ, ਤੁਹਾਨੂੰ ਪਤਾ ਹੀ ਹੈ ਮਾਹੌਲ, ਵਿਆਹ ਕਰ ਦਿੰਦੇ ਆ ਜਿੱਦਾਂ ਵੀ, ਚਲੋ ਕਿੱਦਾਂ, ਬਟ ਉਹ ਬੱਚੀਆਂ ਦੇ ਵਿੱਚ ਮਨ 'ਚ ਭਾਵਨਾ ਹੁੰਦੀਆਂ ਵੀ ਅਸੀਂ ਕੁਝ ਬਣਨਾ, ਬਟ ਉਹ ਗਰੀਬ ਹੋਣ ਕਾਰਨ ਉਹ ਕੁਝ ਨਹੀਂ ਕਰ ਸਕਦੇ ਹੈਗੇ। ਬਾਕੀ ਜੋ ਵਾਹਿਗੁਰੂ, ਹਾਂਜੀ, ਇੱਕ ਜ਼ਰੀਆ ਬਣਦਾ ਹੈ, ਜ਼ਰੀਆ ਬਣਦਾ, ਹਾਂਜੀ 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 ਨੂੰ ਪੂਰਾ ਕਰਨ ਦਾ, ਹਾਂਜੀ ਹਾਂਜੀ। ਬਾਕੀ ਬਾਬਾ ਜੀ ਇਦਾਂ ਕਹਿੰਦੇ ਹੁੰਦੇ ਸੀ ਕਿ ਬਹੁਤ ਵੱਡੇ ਭਾਗਾਂ ਵਾਲੀ ਨੇ ਜਿਹੜੇ ਇੱਥੇ ਧਰਤੀ ਤੇ ਆਉਂਦੇ ਨੇ। ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਵੀ ਅਸੀਂ ਇੱਥੇ ਧਰਤੀ ਤੇ ਆਂ, ਵੀ ਸਾਡੇ ਕੋਈ ਚੰਗੇ ਕਰਮ ਕੀਤੇ ਹੋਏ ਨੇ ਜਿਹੜੇ ਅਸੀਂ ਇੱਥੇ ਖੜੇ ਹੋਏ ਹਾਂ ਨਾ। ਤੇ ਵੀ ਜਿਹੜੇ ਬੱਚੇ ਵੀ ਦੇਖੋ, ਛੋਟੇ ਛੋਟੇ ਬੱਚੇ ਨਿਤਨੇਮ ਕਰ ਰਹੇ, ਅੱਜ ਕੱਲ ਤੁਹਾਨੂੰ ਪਤਾ ਨਸ਼ਿਆਂ ਵਿੱਚ ਜਾ ਰਹੇ ਆ, ਕਿੱਦਾਂ ਕੁਝ ਹੋ ਰਿਹਾ ਆ। ਹੋਰ ਕੋਈ ਸੰਸਥਾ ਇੰਨਾ ਨਹੀਂ ਕਰ ਰਹੀ ਕਿ ਸਟੱਡੀ ਤੇ ਜ਼ੋਰ ਦੇ ਰਹੀ ਹੈ, ਹਨਾ, ਵੀ ਚਲੋ ਵੀ ਜਿੱਦਾਂ ਵੀ ਦੁਨਿਆਵੀ ਵਿੱਦਿਆ ਬਸ ਉਹੀ ਦੇ ਰਹੇ ਆ, ਬਟ ਇੱਥੇ ਕੀ ਹੈ, ਆਪਾਂ ਨੂੰ ਦੋਵੇਂ ਚੀਜ਼ਾਂ ਮਿਲ ਰਹੀਆਂ ਨੇ, ਇੱਕ ਤੇ ਅਧਿਆਤਮਿਕ ਵਿੱਦਿਆ ਵੀ, ਹਾਂਜੀ ਹਾਂਜੀ। ਇੱਥੇ ਦੇਖੋ ਮਤਲਬ ਕਿ ਇਹ ਡਿਵਾਈਨ ਪੀਸ ਹੈ ਜਿਹੜੀ ਪਲੇਸ ਹੈ, ਇੱਥੇ ਬੱਚਿਆਂ ਨੂੰ ਮਿਊਜ਼ਿਕ ਸਿਖਾਇਆ ਜਾਂਦਾ ਹੈ, ਉਹਦੇ ਨਾਲ ਜੋੜਿਆ ਜਾਂਦਾ ਹੈ, ਤੰਤੀ ਸਾਜ਼ਾਂ ਨਾਲ ਜੋੜੇ ਜਾਂਦੇ ਜੋ ਬਿਲਕੁਲ ਖਤਮ ਹੋ ਚੁੱਕਿਆ, ਬਟ ਇਹ ਸੰਸਥਾ ਤੰਤੀ ਸਾਜ਼ਾਂ ਨਾਲ ਬੱਚਿਆਂ ਨੂੰ ਸਿਖਾ ਰਹੀ ਹੈ। ਇਹ 'ਚ ਕੀ ਹੁੰਦਾ ਹੈ, ਜਦੋਂ ਬੱਚੇ ਇੱਥੇ ਪਾਠ ਸਿਮਰਨ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਔਰਾ ਹੁੰਦਾ ਹੈ, ਜਿਹੜੀ ਉਹਨਾਂ ਦੀ ਸੋਲ ਹੁੰਦੀ ਹੈ, ਆਪਣੇ ਆਪ ਪਾਵਰ ਹੁੰਦੀ ਹੈ। ਹੁਣ ਕਈ ਲੋਕੀ ਏਦਾਂ ਸਮਝਦੇ ਆ ਕਿ ਅਕੈਡਮੀਆਂ 'ਚ ਪਾਠ ਹੀ ਕਰਵਾਈ ਜਾਂਦੇ ਆ, ਇਹ ਬਹੁਤ ਗਲਤ ਥਿੰਕਿੰਗ ਹੈ। ਹਾਂਜੀ, ਬਹੁਤ ਗਲਤ ਥਿੰਕਿੰਗ ਹੈ। ਤੁਸੀਂ ਇਹ ਸੋਚੋ, ਤੁਹਾਡੀ ਜਿਹੜੀ ਨੀਂਹ ਹੈ ਉਹ ਨਰਸਰੀ ਕਲਾਸ ਤੋਂ ਬੱਚਾ ਪਾਠ ਸਿਮਰਨ ਕਰ ਰਿਹਾ, ਮੂਲ ਮੰਤਰ, ਠੀਕ ਹੈ। ਉਹਨੇ ਅੱਗੇ ਵੱਡੇ ਹੋ ਜਾ ਕੇ ਕੀ ਪਤਾ ਕੀ ਕਿਹੜੇ ਸਾਧੂ ਮਹਾਂਪੁਰਸ਼ ਬਣਨਾ। ਜੇ ਤੁਸੀਂ ਆਮ ਸਕੂਲ 'ਚ ਪਾਓਗੇ ਬੱਚਾ, ਕੀ ਉੱਥੇ ਗਾਣਾ ਸਿੱਖੇਗਾ, ਕਟਿੰਗ ਕਰਾਏਗਾ, ਕੀ ਕਰੇਗਾ, ਕੁਝ ਨਹੀਂ ਕਰੇਗਾ। ਉਹ ਤੁਹਾਡੀ, ਤੁਸੀਂ ਹੁਣ ਲੱਗਦਾ ਕਿ ਇਹਨੇ ਜੂੜਾ ਨਹੀਂ ਰੱਖਣਾ, ਸਾਨੂੰ ਭਾਰ ਲੱਗਦਾ। ਉਹ ਮੂਰਖੋ, ਜਿਹੜੇ ਤੁਸੀਂ ਕਟਿੰਗ ਕਰਾਓਗੇ ਵੱਡਾ ਹੋ ਕੇ ਇਹਨੇ ਹੀ ਤੁਹਾਨੂੰ ਕੁੱਟਣਾ, ਸ਼ਰਾਬਾਂ ਪੀਣੀਆਂ ਨੇ, ਠੀਕ ਹੈ। ਜੇ ਤੁਸੀਂ ਅਕਾਲ ਅਕੈਡਮੀ 'ਚ ਬੱਚਿਆਂ ਨੂੰ ਐਡਮਿਸ਼ਨ ਦੋਗੇ, ਬੱਚਾ ਗੁਰਸਿੱਖੀ ਨਾਲ ਜੁੜੇਗਾ, ਪਾਠ ਸਿਮਰਨ ਕਰੇਗਾ, ਉਹਨੂੰ ਆਪਣੇ ਗੁਰੂਆਂ ਮਹਾਰਾਜਾਂ ਬਾਰੇ ਪਤਾ ਹੋਏਗਾ, ਸਾਹਿਬਜ਼ਾਦਿਆਂ ਬਾਰੇ ਪਤਾ ਹੋਏਗਾ, ਠੀਕ ਹੈ, ਗੁਰਬਾਣੀ ਨਾਲ ਜੁੜਿਆ ਹੋਏਗਾ। ਤੇ ਉਹ ਗੁਰਬਾਣੀ ਕੌਣ ਦੇਣਗੇ? ਜਿਹੜੀ ਬਾਬਾ ਜੀ ਦਾ ਆਸ਼ਾ ਹੈ, ਬੱਚੀਆਂ ਨੇ ਇੱਥੇ ਜਿਹੜੀਆਂ ਗਰੀਬ ਘਰਾਂ ਤੋਂ ਆਈਆਂ ਹੋਈਆਂ ਨੇ, ਉਹ ਇੱਥੋਂ ਸਿੱਖਣਗੇ, ਸਿਖਾ ਰਹੇ ਨੇ, ਉਹੀ ਜਾ ਕੇ ਅੱਗੇ ਦੱਸਣਗੇ ਨਾ। ਕੋਈ ਹੋਰ ਬੰਦਾ ਤਾਂ ਆ ਕੇ ਦੱਸ ਨਹੀਂ ਸਕਦਾ ਹੈਗਾ। ਮਤਲਬ ਕਿ ਸਾਡੀਆਂ ਕੁੜੀਆਂ ਵੀ ਪ੍ਰਚਾਰਕ ਬਣ ਸਕਦੀਆਂ ਨੇ ਅਧਿਆਪਕ ਦੇ ਤੌਰ ਤੇ। ਹਾਂਜੀ ਹਾਂਜੀ। ਔਰ ਅਸੀਂ ਇਹ ਚਾਹਾਂਗੇ ਕਿ ਇਹ ਅਧਿਆਪਕ ਜਿਹੜੇ ਸਾਡੇ ਦਰਮਿਆਨ ਨੇ, ਜਿਨ੍ਹਾਂ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਈ ਹੈ, ਇਹ ਅਧਿਆਪਨ ਖਿੱਤੇ ਨਾਲ ਜੁੜਦੇ ਜੁੜਦੇ ਇੱਕ ਚੰਗੇ ਪ੍ਰਚਾਰਕ ਦੇ ਰੂਪ ਦੇ ਵਿੱਚ ਵੀ, ਕਿਉਂਕਿ ਇੱਕ ਚੰਗਾ ਅਧਿਆਪਕ ਹਮੇਸ਼ਾ ਦੇਸ਼ ਦਾ ਭਵਿੱਖ ਨਿਰਮਾਤਾ ਹੁੰਦਾ ਹੈ। ਚੰਗੇ ਅਧਿਆਪਕ ਤੋਂ ਬਿਨਾ ਯੂ ਕਾਂਟ ਇਮੇਜਿਨ, ਤੁਸੀਂ ਕਲਪਨਾ ਨਹੀਂ ਕਰ ਸਕਦੇ, ਜਾਂ ਕੋਈ ਵੀ ਦੇਸ਼ ਇਹ ਸੋਚ ਹੀ ਨਹੀਂ ਸਕਦਾ ਕਿ ਤੁਸੀਂ ਆਪਣੇ ਦੇਸ਼ ਦਾ ਜਿਹੜਾ ਚੰਗਾ ਵਿਕਾਸ ਹੈ ਜਾਂ ਉਸ ਦੀ ਨੀਂਹ ਜਿਹੜੀ ਆ ਉਸ ਨੂੰ ਮਜ਼ਬੂਤ ਕਰ ਸਕਦੇ ਹੋ। ਤੇ ਅਸੀਂ ਇਸ ਲੜੀ ਨੂੰ ਹਮੇਸ਼ਾ ਜਾਰੀ ਰੱਖਾਂਗੇ ਕਿ ਲਗਾਤਾਰਤਾ ਬਣੀ ਰਹੇ, ਔਰ ਜਿਹੜੇ ਬੇਸ ਨੇ, ਜਿਹੜੀਆਂ ਨੀਹਾਂ ਨੇ, ਉਹ ਨੀਹਾਂ ਤੁਹਾਨੂੰ ਮਿਲਾਉਂਦੇ ਰਹੀਏ, ਜਿਨ੍ਹਾਂ ਕਰਕੇ 130-32 ਅਕੈਡਮੀਆਂ ਔਰ 2 ਯੂਨੀਵਰਸਿਟੀਆਂ ਜਿਹੜੀਆਂ ਸਾਇੰਟੀਫਿਕ ਐਜੂਕੇਸ਼ਨ ਦੇ ਨਾਲ ਰਿਲੀਜੀਅਸ ਔਰ ਮੋਰਲ ਵੈਲਿਊ ਐਜੂਕੇਸ਼ਨ ਜਿਹੜੀ ਆ ਉਹ ਤੁਹਾਨੂੰ ਲਗਾਤਾਰ ਪ੍ਰੋਵਾਈਡ ਕਰਵਾ ਰਹੀਆਂ ਨੇ ਵਰਲਡ ਵਾਈਡਲੀ। ਮੈਂ ਇਸ ਕਰਕੇ ਕਿਹਾ ਕਿ ਅਮਰੀਕਾ ਦੇ ਕੁਝ ਬੱਚੇ ਇਸ ਵਕਤ ਆਨਲਾਈਨ ਸਿੱਖਿਆ ਹਾਸਲ ਕਰ ਰਹੇ ਨੇ ਪੰਜਾਬੀ ਦੀ, ਉਹ ਵੀ ਥਰੂ ਬੜੂ ਸਾਹਿਬ ਅਕਾਲ ਅਕੈਡਮੀਜ਼। ਸੋ ਇਹ ਇੰਟਰਨੈਸ਼ਨਲ ਸਟੱਡੀਜ਼ ਦੇ ਕੋਰਸਿਸ ਨੇ, ਔਰ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਦੂਸਰੇ ਦੇਸ਼ਾਂ ਦੇ, ਉਹ ਵੀ ਆ ਕੇ ਬੜੂ ਸਾਹਿਬ ਦੀ ਧਰਤੀ ਦੇ ਉੱਤੇ ਜਾਂ ਅਕਾਲ ਅਕੈਡਮੀਆਂ ਦੀ ਯੂਨੀਵਰਸਿਟੀਆਂ ਦੇ ਵਿੱਚ ਜਾਂ ਉਹਨਾਂ ਅਕੈਡਮੀਜ਼ ਦੇ ਵਿੱਚ ਆਪਣੀ ਸਿੱਖਿਆ ਹਾਸਲ ਕਰ ਰਹੇ ਨੇ। ਲੜੀ ਦੀ ਲਗਾਤਾਰਤਾ ਬਣਾਈ ਰੱਖਾਂਗੇ। ਫਿਲਹਾਲ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।